सत श्री अकाल जी। पंजाब हरियाणा हिमाचल देख रहे साढ़े सारे दर्शकों का स्वागत। मैं थोड़े नाल गगनदीप कौर ते गल करांगे पंजाब की सियासत जो ताज़ा मुद्दे ते पखी हुई है, खासी मगी हुई है सियासत। CS ते मंत्रियों के दरमियान जिस तरह की सियासत मगी तो हुण एक वखरा मोड़ ले लिया इस सियासत ने, तो हुण मंत्री बनाम मंत्री हो चुके हैं। चरणजीत सिंह चन्नी कहते हैं कि मैं गुरु गोबिंद सिंह जी की सौं खा के कहना कि बाजवा ने मैनू धमकी दी, लेकिन बाजवा कहते हैं कि इन्नी गल सी नहीं जिन्नी बना दी गई, रोला एवें पै गया। हुण एवें रोला क्यों पिया, इससे भी चर्चा करांगे और सियासत किस कदर मगी हुई है, सियासतदान की कहते हैं, इस ही मुद्दे की बाद विच चर्चा करांगे। ते मेरे नाल मेरे सहयोगी नवजोत धालीवाल होणगे। जहर उगलेगा तो उससे जो सिस्टम है वो सही नहीं चल सकता। चीफ सेक्रेटरी पंजाब के कंटिन्यू करते हैं तो मेरे लिए ये नामुमकिन होगा इस मीटिंग में बैठूं। ਅੱਜ ਵੀ ਜੋ ਦੋਏ ਜਣੇ ਕਰਨਗੇ ਮੈਂ ਉਹਨਾਂ ਦੇ ਨਾਲ ਹੀ ਖਲੋਤਾ। ਕੈਬਨਿਟ ਦਾ ਫੈਸਲਾ ਇਕੱਠਾ ਵਾ। ਜਿਸ ਸ਼ਰਾਬ ਕਰਕੇ ਅਕਸਰ ਘਰਾਂ 'ਚ ਕਲੇਸ਼ ਪਾਏ ਵੇਖੇ ਜਾਂਦੇ ਸਨ, ਉਸੇ ਸ਼ਰਾਬ ਕਰਕੇ ਹੁਣ ਸਰਕਾਰੇ ਦਰਬਾਰੇ ਵੀ ਰਫੜ ਖੜਾ ਹੋ ਗਿਆ। ਵਿਧਾਇਕਾਂ ਦਾ ਇਲਜ਼ਾਮ ਹੈ ਕਿ ਵਜ਼ੀਰ ਸਾਥੀ ਵਜ਼ੀਰਾਂ ਨੂੰ ਧਮਕੀਆਂ ਦੇ ਕੇ ਗੱਲ ਨੂੰ ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਮਸਲਾ ਸੀ ਮੁੱਖ ਸਕੱਤਰ ਦੇ ਰਵੱਈਏ ਦਾ, ਉਸ ਤੋਂ ਅਗਾਂਹ ਸ਼ਰਾਬ ਨੀਤੀ ਦਾ ਤੇ ਉਸ ਤੋਂ ਵੀ ਅੱਗੇ ਸੂਬੇ ਨੂੰ ਹੋਏ ਵਿੱਤੀ ਘਾਟੇ ਦਾ। ਚੰਨੀ ਜੀ ਨੇ ਉਹਨਾਂ ਪੁੱਛਿਆ ਵੀ ਸਾਡਾ ਜਿਹੜਾ ਐਕਸਾਈਜ਼ ਮਹਿਕਮਾ ਘਾਟੇ ਤੇ ਕਿਉਂ ਜਾ ਰਿਹਾ। ਇੰਨੀ ਗੱਲ ਕਰਨ ਦੇ ਉੱਤੇ ਜੋ ਚੀਫ ਸੈਕਟਰੀ ਉਹਨੂੰ ਧੱਕਾ ਮਾਰਦਾ ਹੈ ਫਿਰ ਤੇਰਾ ਕੀ ਹੱਕ ਬਣਦਾ ਹੈ ਬੋਲਣਾ ਜਾਂ ਇਸ ਤਰ੍ਹਾਂ, ਉਹ ਵੀ ਮਾੜੀ ਗੱਲ ਹੈ। ਜੇ ਉਹਨੇ ਗੱਲ ਕੀਤੀ ਹੈ ਤੇ ਫਿਰ ਦੂਜਾ ਮਿਨਿਸਟਰ ਉਹਨੂੰ ਇਹ ਗੱਲ ਕਹੀ ਫਿਰ ਤੂੰ ਸਿੱਧਾ ਹੋ ਜਾ, ਜੇ ਤੂੰ ਇਹ ਆਵਾਜ਼ ਨੂੰ ਚੁੱਕਦਾ ਪਿਆ ਤੇ ਅਸੀਂ ਤੇਰੀ ਇਨਕੁਆਇਰੀ ਕਰਾ ਦੇਵਾਂਗੇ, ਇਸ ਤਰ੍ਹਾਂ ਇਹ ਕਰਦੇ ਹਾਂ ਉਹ ਕਰਦੇ ਹਾਂ। ਬਹੁਤ ਹੀ ਮਾੜੀ ਗੱਲ ਹੈ। ਕਿਹੜੇ ਮੰਤਰੀ ਨੇ ਧਮਕੀ ਦਿੱਤੀ ਤੁਹਾਨੂੰ, ਉਹਨਾਂ ਨੇ ਕੀ ਕਿਹਾ, ਕਿਹੜੇ ਮੰਤਰੀ ਨੇ ਧਮਕੀ ਦਿੱਤੀ ਹੈ? ਚੰਨੀ ਸਾਹਿਬ ਤੋਂ ਮੈਂ ਪੁੱਛਿਆ, ਉਹਨਾਂ ਕਿਹਾ ਵੀ ਤ੍ਰਿਪਤ ਬਾਜਵੇ ਨੇ ਗੱਲ ਕਹੀ ਹੈ। ਵੱਡੇ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ ਹੈ, ਮੈਂ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਕਰਨਾ ਚਾਹੁੰਦਾ ਕਿ ਜਿੰਨੀ ਗੱਲ ਹੋਈ ਹੈ ਉਹਦੇ ਸੱਚਾਈ ਹੈ। ਔਰ ਜੇ ਕੋਈ ਉਹ ਸਮਝਦੇ ਕਿ ਮੈਂ ਉਹਨਾਂ ਦਾ ਭਰਾ ਹੈ ਤਾਂ ਆਪਾਂ ਮੈਨੂੰ ਬੁਲਾ ਲੈਂਦੇ, ਬੈਠ ਕੇ ਗੱਲ ਕਰ ਲੈਂਦੇ ਕਿ ਜੀ ਇਹ ਗੱਲ ਕਿਹਾ, ਆਪਾਂ ਖਤਮ ਕਰੀਏ ਗੱਲ। ਪਤਾ ਨਹੀਂ ਕਿਉਂ ਇਹ ਗੱਲ ਬਾਹਰ ਨਿਕਲੀ ਹੈ। ਜੇ ਗੱਲ ਹੋਈ ਆ ਐਸੀ ਜੀ ਕੋਈ ਗੱਲ ਨਹੀਂ। ਮੈਂ ਦਲ ਲੀਡਰ ਨੂੰ ਕਿਉਂ ਦਬਾਉਣਾ, ਚੰਗਾ ਸਾਥੀ ਹੈ ਮੇਰਾ, ਤਾਂ ਲੀਡਰ ਦਾ ਪੋਜੀਸ਼ਨ ਲਿਆ, ਮੈਂ ਉਹਦੇ ਕੇ ਸਤਿਕਾਰ ਕਰਨਾ, ਸਿਰ ਝੁਕਾਉਣਾ। ਖੈਰ ਸਵਾਲ ਸਿਰਫ ਅੰਦਰੂਨੀ ਕਲੇਸ਼ ਦਾ ਹੀ ਨਹੀਂ, ਸਗੋਂ ਸੂਬੇ ਨੂੰ ਹੋਏ ਮਾਲੀ ਘਾਟੇ ਦਾ ਕਿ ਇਸ ਦਾ ਅਸਲ ਜ਼ਿੰਮੇਵਾਰ ਕੌਣ ਹੈ, ਜਿਸ ਨੂੰ ਲੈ ਕੇ ਸਿਆਸਤ ਹੋਰ ਗਰਮਾਉਣ ਲੱਗੀ ਹੈ। ਵਿਰੋਧੀ ਧਿਰਾਂ ਸਰਕਾਰ ਤੇ ਸਵਾਲ ਕਰਨ ਲੱਗੀਆਂ ਨੇ। ਸ਼ਰਾਬ ਦੀ ਜਿਹੜੀ ਨਿਰਵਿਘਨ ਪੰਜਾਬ ਸਪਲਾਈ ਰਹੀ ਹੈ ਉਹਦੇ ਨਾਲ ਕੀ ਹੋਇਆ? ਇੱਕ ਤਾਂ ਪੰਜਾਬ ਸਰਕਾਰ ਦਾ ਘਾਟਾ ਸੀਗਾ, ਪੰਜਾਬ ਸਰਕਾਰ ਦਾ ਰੈਵਨਿਊ ਲਾਸ ਹੋਇਆ ਔਰ ਪੰਜਾਬ ਸਰਕਾਰ ਨੂੰ ਘਾਟਾ ਪਿਆ। ਔਰ ਦੂਜੇ ਪਾਸੇ ਸ਼ਰਾਬ ਮਾਫੀਆ ਨੇ ਇੰਨੀ ਜਕੜ ਬਣਾ ਲਈ ਕਿ ਉਹ ਜਕੜ ਦਾ ਨਤੀਜਾ ਸਾਹਮਣੇ ਆ ਗਿਆ ਕਿ ਅੱਜ ਜਿਹੜੀ ਹਿੱਸਾ ਪੱਤੀ ਕੈਪਟਨ ਸਾਹਿਬ ਤੇ ਕਲੀਗ ਨੂੰ ਜਾਂਦੀ ਸੀ, ਉਹਦੇ ਲੈ ਕੇ ਲੜਾਈ ਹੋ ਗਈ ਆਪਸ ਵਿੱਚ। ਜਿਸ ਸਰਕਾਰ ਦੇ ਅੰਦਰ ਮੰਤਰੀਆਂ ਨੂੰ ਇਸ ਕਾਰਨ ਪ੍ਰਤਾੜਿਤ ਕੀਤਾ ਜਾ ਰਿਹਾ ਕਿ ਉਹ SC ਭਾਈਚਾਰੇ ਦੇ ਨੇ, ਪਰਚੇ ਰਜਿਸਟਰਡ ਕਰਨ ਦੀ ਧਮਕੀ ਦਿੱਤੀ ਜਾ ਰਹੀ, ਉੱਥੇ ਆਮ ਨਾਗਰਿਕ ਦਾ ਕੀ ਹਾਲ ਹੋਏਗਾ? ਇਹ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪਰਚੇ ਔਰ ਦਲਿਤ ਭਾਈਚਾਰੇ ਦੇ ਅਤਿਆਚਾਰ ਦੀ ਸਰਕਾਰ ਹੈ। ਤਾਂ ਵਿਰੋਧੀ ਧਿਰਾਂ ਇਹ ਜਾਂਚ ਮੌਜੂਦਾ ਜੱਜ ਤੋਂ ਕਰਵਾਉਣ ਦੀ ਕਰ ਰਹੀਆਂ ਨੇ, ਪਰ ਸਥਿਤੀ ਸਾਫ਼ ਨਹੀਂ ਕਿ ਜਾਂਚ ਕੌਣ ਕਰਵਾਏਗਾ, ਕੌਣ ਮਾਰਕ ਕਰੇਗਾ ਤੇ ਵਿੱਤੀ ਘਾਟੇ ਨੂੰ ਕੌਣ ਪੂਰੇਗਾ। ਬਹਰਾਲ ਸੂਬੇ ਅੰਦਰ ਸਿਆਸਤ ਲੱਗ ਰਹੇ ਇਲਜ਼ਾਮ ਤੇ ਉਸ ਨੂੰ ਧੋਣ ਅੰਦਰ ਲੱਗੀ ਹੋਈ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤਾਂ ਇਸ ਮੁੱਦੇ की बात ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਆਖਿਰਕਾਰ ਕਿਉਂ ਖੜਕੀ ਹੈ ਮੰਤਰੀਆਂ ਦੇ ਦਰਮਿਆਨ, ਆਮੋ ਸਾਹਮਣੇ ਮੰਤਰੀ ਕਿਉਂ ਹੋਏ ਨੇ। ਸਾਡੇ ਨਾਲ ਸਾਡੇ ਮਹਿਮਾਨ ਵੀ ਜੁੜ ਚੁੱਕੇ ਨੇ। ਸਾਡੇ ਨਾਲ
ਐਸੋਸੀਏਟ ਐਡੀਟਰ ਸਾਡੇ ਨਾਲ ਜਗਦੀਪ ਸੰਧੂ ਜੁੜ ਚੁੱਕੇ ਨੇ। ਜੋਗਿੰਦਰਪਾਲ ਭੂਆ ਤੋਂ ਸਾਡੇ ਨਾਲ ਵਿਧਾਇਕ ਜੁੜੇ ਨੇ। ਜੋਗਿੰਦਰਪਾਲ ਜੀ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਮੁਲਾਕਾਤ ਹੋਈ ਸੀ ਔਰ ਚੰਨੀ ਨੇ ਦੱਸਿਆ ਸੀ ਕਿ ਬਾਜਵਾ ਦੇ ਵੱਲੋਂ ਉਹਨਾਂ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਗਈ ਹੈ। ਔਰ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਨੇ। ਉਹਨਾਂ ਦੇ ਕੋਲੋਂ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਿਆਸਤ ਜੋ ਮਗੀ ਹੋਈ ਇਸ ਪੂਰੇ ਮਸਲੇ ਤੇ ਉਹ ਕੀ ਜਾਣਦੇ ਨੇ। ਔਰ ਜੈ ਕਿਸ਼ਨ ਡੋੜੀ ਸਾਡੇ ਨਾਲ ਜੁੜਨਗੇ ਕੁਝ ਹੀ ਸਮੇਂ ਬਾਅਦ। ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਕਨੈਕਟ ਕਰਾਂਗੇ। ਬਿਲਕੁਲ ਸਾਰੇ ਮਹਿਮਾਨਾਂ ਦਾ ਅਸੀਂ ਇਸ ਚਰਚਾ 'ਚ ਇਸਤਕਬਾਲ ਕਰਦੇ ਹਾਂ। ਭੂਆ ਸਾਹਿਬ, ਜਿਸ ਬੇਬਾਕੀ ਦੇ ਨਾਲ ਤੁਸੀਂ ਮੀਡੀਆ ਦੇ ਵਿੱਚ ਆ ਕੇ ਗੱਲ ਕਹੀ ਸੀ ਕਿ ਜੋ ਤ੍ਰਿਪਤ ਬਾਜਵਾ ਹੋਰਾਂ ਵੱਲੋਂ ਚੰਨੀ ਹੋਰਾਂ ਨੂੰ ਕਿਹਾ ਗਿਆ ਕਿ ਹਾਲੇ ਵੀ ਉਸ ਬਿਆਨ ਤੇ ਕਾਇਮ ਹੋ, ਪਹਿਲੀ ਗੱਲ। ਦੂਜੀ ਗੱਲ, ਬਾਜਵਾ ਹੋਰਾਂ ਨੇ ਇਨਕਸ਼ਾਫ ਕਰ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ, ਅਸੀਂ ਇੱਕ ਦੂਸਰੇ ਨੂੰ ਬੜੇ ਚੰਗੀ ਤਰ੍ਹਾਂ ਮਿਲਦੇ ਹਾਂ। ਜੋ ਗੱਲ ਉਹਨਾਂ ਨੇ ਕਹੀ ਹੈ ਕਿ ਸਿਰਫ ਸਾਡੀ ਗੁਰਦਾਸਪੁਰ ਦੀ ਸਿਆਸਤ ਹੈ, ਕਿ ਗੁਰਦਾਸਪੁਰ ਦੀ ਜਿਹੜੀ ਬਾਜਵਾ ਵਰਸਸ ਬਾਜਵਾ ਸਿਆਸਤ ਹੈ ਉਹਦੇ ਵਿੱਚ ਤੁਹਾਨੂੰ ਬੁਲਵਾਇਆ ਜਾ ਰਿਹਾ, ਤੁਹਾਡੇ ਵਿੱਚ ਕੋਈ ਹੋਰ ਬੋਲ ਰਿਹਾ ਹੈ? ਕਰਦਾ ਸਾਰਿਆਂ ਨੂੰ ਇਹ ਜਿਹੜੀ ਗੱਲ ਚੱਲਦੀ ਪਈ ਹੈ, ਮੈਂ ਬੜਾ ਹੈਰਾਨ ਹੁੰਦਾ ਸੱਚਾਈ ਨੂੰ ਕਿਉਂ ਲੋਕੀ ਇਗਨੋਰ ਕਰਦੇ ਆ। ਜਿਹੜੀ ਸੱਚੀ ਗੱਲ ਆ ਉਹਨੂੰ ਸੱਚੀ ਗੱਲ ਕਰਨਾ ਚਾਹੀਦਾ। ਜੇ ਤ੍ਰਿਪਤ ਬਾਜਵਾ ਇਹ ਗੱਲ ਕਹਿੰਦਾ ਕਿ ਗੁਰਦਾਸਪੁਰ ਕਿੱਥੇ ਹੈ, ਪਠਾਨਕੋਟ ਕਿੱਥੇ ਹੈ ਤੇ ਚੰਡੀਗੜ੍ਹ ਕਿੱਥੇ ਹੈ, ਮੈਂ ਤੇ 5-7 ਦਿਨ ਤੋਂ ਟੀਵੀ ਚੈਨਲ ਦੇ ਵਿੱਚ ਇਹ ਚੀਜ਼ ਦੇਖਦਾ ਪਿਆ, ਵਿੱਚ ਰੌਲਾ ਪਿਆ ਹੋਇਆ। ਤੇ ਮੈਂ ਚਰਨਜੀਤ ਚੰਨੀ ਕੋਲੋਂ ਕੱਲ ਗਿਆ, ਉਹ ਮੇਰੇ ਵੱਡੇ ਭਰਾ ਨੇ, ਮੈਂ ਪੁੱਛਿਆ ਉਹਨਾਂ ਨੂੰ ਵੀ ਇਹ ਮਾਜਰਾ ਕੀ ਹੈ। ਉਹ ਬਿਲਕੁਲ ਉਹਨਾਂ ਕਲੀਅਰ ਕੱਟ ਮੈਨੂੰ ਗੱਲ ਕਹੀ ਹੈ ਵੀ ਜਿਹੜਾ ਸਾਡਾ ਸ਼ਰਾਬ ਦਾ ਐਕਸਾਈਜ਼ ਦਾ ਘਾਟਾ ਹੈ, ਇਹ 5-4 ਮਿਨਿਸਟਰ ਜਿਹੜੇ 5-4 ਦਿਨ ਪਹਿਲੇ ਆਪਾਂ ਇੱਕ ਸਕੱਤਰ ਦੇ ਨਾਲ ਮੀਟਿੰਗ ਕਰ ਰਹੇ ਸੀ, ਜਿਹਦੇ ਵਿੱਚ ਸਾਡੇ ਮਾਣਯੋਗ ਬੜੇ ਸਤਿਕਾਰਯੋਗ ਸਾਡੇ ਮੰਤਰੀ ਬਾਦਲ ਸਾਹਿਬ ਵੀ ਵਿੱਚ ਸੀ। ਤੇ ਉਹ ਕਹਿੰਦੇ ਵੀ ਉਹਨੇ ਜਿਹੜੇ ਗਾਹੀ ਪੁੱਛਿਆ ਉਹਨੂੰ ਵੀ ਇਹ ਐਕਸਾਈਜ਼ ਜਿਹੜੀ ਸਾਡੀ ਹੈ ਇਹ ਕਿਉਂ ਘਟੇ ਜਾ ਰਹੀ ਹੈ, ਤੇ ਉਹਨਾਂ ਨਾ ਕੋਈ ਤਲਖੀ ਨਾਲ ਜਵਾਬ ਦਿੱਤਾ ਤੇ ਅਸੀਂ ਸਾਰੇ ਉੱਠ ਕੇ ਬਾਹਰ ਆ ਗਏ ਹਾਂ। ਜਦੋਂ ਉੱਠ ਕੇ ਬਾਹਰ ਆ ਗਏ ਹਾਂ ਤੇ 2-3 ਦਿਨ ਦੇ ਬਾਅਦ ਜਾ ਕੇ ਤ੍ਰਿਪਤ ਬਾਜਵਾ ਜੀ ਮੇਰੇ ਘਰ ਆਏ ਨੇ। ਮੈਨੂੰ ਉਹਨੇ ਕਿਹਾ ਵੀ ਜਿਹੜੀ ਇਹ ਗੱਲ ਤੁਹਾਡੀ ਹੈ ਇਹਨੂੰ ਚੁੱਪ ਕਰਾ ਦਿਓ, ਇਹਨੂੰ ਗੱਲ ਨੂੰ ਤਾਂ ਨਾ ਵਧਾਓ, ਨਹੀਂ ਤੇ ਤੁਹਾਡਾ ਨੁਕਸਾਨ ਹੋਏਗਾ। ਤੁਹਾਡੇ ਆਪਾਂ ਜਿਹੜੇ ਪੁਰਾਣੇ ਕੇਸ ਆ ਸਾਰੇ ਖੋਲ ਦਿੱਤੇ ਜਾਣਗੇ। ਅੱਛਾ ਜੋਗਿੰਦਰਪਾਲ ਜੀ, ਜਿਵੇਂ ਤੁਸੀਂ ਚੰਨੀ ਜੀ ਹੋਰਾਂ ਕੋਲੇ ਗਏ, ਚੰਨੀ ਹੋਰਾਂ ਨੇ ਤੁਹਾਡੇ ਕੋਲੇ ਆਪਣਾ ਦੁੱਖੜਾ ਰੋਇਆ ਕਿ ਇਦਾਂ ਕਰਕੇ ਸਾਰੀ ਗੱਲਬਾਤ ਹੋਈ ਹੈ ਤੇ ਤੁਸੀਂ ਉਹ ਦੁੱਖੜਾ ਜਿਹੜਾ ਮੀਡੀਆ 'ਚ ਆ ਕੇ ਰੋ ਦਿੱਤਾ, ਕੋਈ ਦੋ ਰਾਏ ਨਹੀਂ। ਪਰ ਬਿਲਕੁਲ ਤ੍ਰਿਪਤ ਰਜਿੰਦਰ ਬਾਜਵਾ ਵੀ ਕੋਈ ਗੱਲ, ਕੋਈ ਕਿਸੇ ਦਾ ਸੁਨੇਹਾ ਲੈ ਕੇ ਪਹੁੰਚੇ ਹੋਣਗੇ, ਜਾਂ ਤ੍ਰਿਪਤ ਬਾਜਵਾ ਹੋਰਾਂ ਦੀ ਆਪਣੀ ਨਸੀਹਤ ਸੀ ਚੰਨੀ ਨੂੰ? ਉਹ ਤਾਂ ਸਾਥੀ ਇੱਕ ਪੱਧਰ ਦੇ ਵਜ਼ੀਰ ਨੇ ਸਾਥੀ, ਕਿ ਬਾਜਵਾ ਅੰਦਰ ਕੋਈ ਹੋਰ ਬੋਲ ਰਿਹਾ ਸੀ? ਦੇਖੋ ਬੜੀ ਹੈਰਾਨਗੀ ਦੀ ਗੱਲ ਹੈ, ਬੜੇ ਅਫਸੋਸ ਦੀ ਗੱਲ ਹੈ। ਸਾਡੇ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਜੀ ਮੇਰੇ ਵੱਡੇ ਭਰਾ ਨੇ, ਬੜੇ ਸੀਨੀਅਰ ਤੇ ਬੜੇ ਪੁਰਾਣੇ ਮੰਤਰੀ ਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਜਿਹੜੀ ਗੱਲ ਉਹਨਾਂ ਕੀਤੀ ਜਾ ਗਈ ਇੱਕ ਦਲਿਤ ਮਿਨਿਸਟਰ ਦੇ ਨਾਲ, ਮਿਨਿਸਟਰ ਵਰਸਸ ਮਿਨਿਸਟਰ, ਉਹ ਸੇਮ ਦੋਨਾਂ ਦੀ ਕੈਪੈਸਿਟੀ ਸੇਮ ਹੈ। ਇਹ ਤੇ ਬੜੇ ਅਫਸੋਸ ਦੀ ਗੱਲ ਹੈ ਵੀ ਉਹਨੂੰ ਜਾ ਕੇ ਦਬਕਾ ਮਾਰਨਾ ਜਾਂ ਉਹਨੂੰ ਡਰਾਉਣਾ, ਇਹ ਮੈਨੂੰ ਸਮਝ ਨਹੀਂ ਵੀ ਇਹ ਕਿਉਂ ਹੋਇਆ। ਮੈਨੂੰ ਤੇ ਇਸ ਗੱਲ ਦਾ ਦੁੱਖ ਲੱਗਾ ਕਿ ਜੋ ਸਾਡਾ ਭਰਾ ਮਿਨਿਸਟਰ ਬਣਿਆ, ਜੋ ਦਲਿਤ ਹੈ, ਤੇ ਆਪਾਂ ਇਸ ਚੀਜ਼ ਨੂੰ ਬਿਲਕੁਲ ਸਹਿਣ ਨਹੀਂ ਕਰਾਂਗੇ। ਇਹ ਤੇ ਕਰੋਨਾ ਕਰਕੇ ਇਹ ਸਾਰਾ ਮਸਲਾ ਜਿਹੜਾ ਇਹ ਠੰਡੇ ਬਸੇ 'ਚ ਪੈ ਗਿਆ। ਮੈਂ ਤੇ ਅੱਜ ਜਾਖੜ ਸਾਹਿਬ ਨਾਲ ਸਵੇਰੇ ਮੇਰੀ ਗੱਲ ਹੋਈ ਹੈ, ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ, ਉਹ ਕਹਿਣ ਲੱਗੇ ਵੀ ਮੈਂ ਦਿੱਲੀ ਹੈਗਾ, ਨਹੀਂ ਤਾਂ ਆਪਾਂ ਉਹਨਾਂ ਨਾਲ ਕੰਪਲੇਂਟ ਕਰਨੀ ਸੀ। ਉਹਦੇ ਤੋਂ ਬਾਅਦ ਮੈਂ ਸੀਐਮ ਸਾਹਿਬ ਨਾਲ ਵੀ ਰਾਬਤਾ ਜੋੜਨ ਦੀ ਗੱਲ ਕੀਤੀ ਤੇ ਉਹ ਮੇਰਾ ਉਹਨਾਂ ਨਾਲ ਰਾਬਤਾ ਜੁੜਿਆ ਨਹੀਂ। ਐਕਚੁਅਲੀ ਮੇਰੇ ਬੱਚੇ ਮੇਰੇ ਨਾਲ ਆਏ ਹੋਏ ਸੀ, ਇਸ ਕਰਕੇ ਮੈਂ ਫਿਰ ਦੁਬਾਰਾ ਆਪਣੇ ਸੁਜਾਨਪੁਰ ਘਰ ਆ ਗਿਆ। ਜੀ ਜੋਗਿੰਦਰ ਜੀ ਤੁਹਾਡੇ ਕੋਲ ਵਾਪਸ ਆਵਾਂਗੇ। ਚਰਨਜੀਤ ਸਿੰਘ ਬਰਾੜ ਜੀ, ਆਵਾਜ਼ ਆ ਰਹੀ ਹੈ? ਸਭ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ। ਸਰ ਤੁਸੀਂ ਜੋਗਿੰਦਰਪਾਲ ਜੀ ਨੂੰ ਸੁਣਿਆ ਔਰ ਜੋ ਕੁਝ ਸੁਣਿਆ ਉਸ ਤੇ ਤੁਹਾਡਾ ਕੀ ਰਿਐਕਸ਼ਨ ਹੈ? ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਸ ਤਰ੍ਹਾਂ ਦੀ ਵੀ ਹੈ ਕਿ ਮੰਤਰੀ ਵਰਸਸ ਮੰਤਰੀ ਹੈ, ਲੇਕਿਨ ਜੱਟ ਬਨਾਮ ਦਲਿਤ ਵੀ ਹੈ। ਕੁਝ ਇਸ ਤਰ੍ਹਾਂ ਦੀ ਜੋ ਚਰਚਾ ਛਿੜ ਗਈ ਹੈ ਗਲਿਆਰਿਆਂ ਦੇ ਵਿੱਚ, ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਮੈਂ ਇੱਕ ਬੇਨਤੀ ਕਰਾਂ ਸਾਰੇ ਮੀਡੀਆ ਨੂੰ ਤੇ ਤੁਹਾਨੂੰ ਵੀ ਕਿ ਇਹ ਜਿਹੜੀ ਅਸਲ ਮੁੱਦਾ ਆ ਸਰਕਾਰ ਦੇ ਵਿੱਚ ਸ਼ੁਰੂ ਹੋਇਆ, ਕਿਰਪਾ ਕਰਕੇ ਉਹਨੂੰ ਭਟਕਾਈਏ ਨਾ, ਕਿਉਂਕਿ ਅੱਜ ਅਸਲੀਅਤ ਜਿਹੜੀ ਕੁਝ ਮੰਤਰੀਆਂ ਨੇ ਸਾਹਮਣੇ ਲਿਆਂਦੀ ਕਿ ਉਹ ਕਹਿੰਦੇ ਚੀਫ ਸੈਕਟਰੀ ਖਾ ਰਿਹਾ। ਚੀਫ ਸੈਕਟਰੀ ਦਾ ਮਹਿਕਮਾ ਜਿਹੜਾ ਹੈ ਉਹ ਮੁੱਖ ਮੰਤਰੀ ਸਾਹਿਬ ਕੋਲੇ ਆ, ਤੇ ਚੀਫ ਸੈਕਟਰੀ ਕਹਿ ਰਿਹਾ ਕਿ ਪੋਲੀਟੀਕਲ ਬੰਦੇ ਜਿਹੜੇ ਆ ਸਟੇਟ ਨੂੰ ਰੈਵਨਿਊ ਦਾ ਘਾਟਾ ਪਾ ਰਹੇ ਆ।
ਇਹ ਬੜੀ ਵੱਡੀ ਜਾਂਚ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਮੰਗ ਕੀਤੀ ਹੈ। ਅੱਜ ਭਾਵੇਂ ਜਾਤੀ ਤੌਰ ਤੇ ਕਹਿ ਲਈਏ ਜਾਂ ਉਹਨੂੰ ਇੱਕ ਪਾਸੇ ਰੱਖ ਲਈਏ, ਮੇਰਾ ਖਿਆਲ ਹੈ ਕਿ ਇਸ ਮੁੱਦੇ ਦੀ ਬਜਾਏ ਉਹ ਕਿਹੜੇ ਕੇਸ ਨੇ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਜੀ ਨੇ ਕਹੇ ਹੈ ਕਿ ਇਹਨਾਂ 'ਚ ਤੁਹਾਨੂੰ ਫਸਾ ਲਿਆ ਜਾਊਗਾ, ਇੱਕ ਤਾਂ ਉਹ ਜਨਤਕ ਕਰਨੇ ਚਾਹੀਦੇ ਆ। ਇਹ ਹੋ ਨਹੀਂ ਸਕਦਾ ਕਿ ਦੱਬੇ ਰਹਿ ਜਾਣ, ਭਾਵੇਂ ਚੰਨੀ ਸਾਹਿਬ ਕਰਨ ਤੇ ਭਾਵੇਂ ਤ੍ਰਿਪਤ ਰਜਿੰਦਰ ਬਾਜਵਾ ਜੀ ਕਰਨ। ਇੱਕ ਦੂਜੀ ਬੇਨਤੀ ਇਹ ਹੈ ਕਿ 2-2.5-3 ਹਜ਼ਾਰ ਕਰੋੜ ਦਾ ਜਿਹੜਾ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਲੋਕਾਂ ਦਾ ਨੁਕਸਾਨ ਕੀਤਾ ਹੈ, ਉਹ ਅੱਜ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਨੇ, ਸਾਰੇ ਐਮਐਲਏ ਨੇ, ਕਿਸੇ ਨੇ ਅਖਬਾਰ ਦੇ ਵਿੱਚ ਜਾ ਕੇ, ਕਿਸੇ ਨੇ ਕੈਬਨਿਟ ਮੀਟਿੰਗ ਦਾ ਬਾਈਕਾਟ ਕਰਕੇ, ਕਿਸੇ ਨੇ ਟਵੀਟ ਕਰਕੇ, ਸਭ ਨੇ ਸਾਰਾ ਕੁਝ ਜਿਹੜਾ ਸੀਗਾ ਉਹ ਸਾਹਮਣੇ ਲਿਆਤਾ। ਤੇ ਅੱਜ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ, ਕਿਉਂਕਿ ਮਹਿਕਮਾ ਉਹਨਾਂ ਕੋਲੇ ਹੈ, ਜਿੰਨੀ ਦੇਰ ਉਹ ਹਾਈ ਕੋਰਟ ਦੇ ਸਿਟਿੰਗ ਜੱਜ ਨੂੰ ਇਨਕੁਆਇਰੀ ਮਾਰਕ ਨਹੀਂ ਕਰਦੇ ਜਾਂ ਸੀਬੀਆਈ ਨੂੰ ਇਨਕੁਆਇਰੀ ਮਾਰਕ ਨਹੀਂ ਕਰਦੇ, ਉਨੀ ਦੇਰ ਮੁੱਖ ਮੰਤਰੀ ਤੋਂ ਲਾ ਕੇ ਸਾਰੀ ਪੰਜਾਬ ਦੀ ਕਾਂਗਰਸ, ਕਿਉਂਕਿ ਅੱਜ ਜਿਹੜੇ ਟਵੀਟ ਕਰਦੇ ਆ ਨਾ, ਉਹ ਕੋਈ ਦੁੱਧ ਧੋਤੇ ਨਹੀਂ, ਉਹ ਸਾਰੇ ਹੀ ਇਸ ਦੇ ਵਿੱਚ ਲਿਪਤ ਹੋਏ ਸੀਗੇ। ਮੈਂ ਗਗਨ ਤੁਹਾਨੂੰ ਇੱਕ ਥੋੜਾ ਜਿਹਾ ਦੱਸ ਦਿਆਂ, ਸਾਡਾ ਗੁਆਂਢੀ ਸੂਬਾ ਹਰਿਆਣਾ ਹੈ ਜੀ, ਉਹਨਾਂ ਦਾ ਤਾਂ ਰੈਵਨਿਊ ਜਿਹੜਾ ਸੀਗਾ 17-18 ਚ 4900 ਕਰੋੜ ਤੇ 18-1900 6000 ਕਰੋੜ ਹੋਇਆ। ਇਸ ਸਾਲ ਦਾ ਮੇਰੇ ਕੋਲੇ ਹੈ ਨਹੀਂਗਾ। ਜੇ ਉਹਨਾਂ ਦਾ ਵੱਧ ਰਿਹਾ 1000 ਕਰੋੜ ਰੁਪਈਆ ਸਾਲ ਦਾ, ਤੇ ਸਾਡਾ ਕਿਉਂ ਘਟ ਰਿਹਾ? ਕਿਉਂਕਿ ਜਿਹੜੀ 2 ਨੰਬਰ ਦੀ ਸ਼ਰਾਬ ਇਹਨਾਂ ਦੇ ਐਮਐਲਏ ਤੇ ਮੰਤਰੀ ਸਾਰੇ ਵੇਚਣ ਲੱਗੇ ਹੋਏ ਆ। ਜਦੋਂ ਬਠਿੰਡੇ ਦਾ ਨਾਂ ਆਇਆ ਉੱਥੇ ਵੀ ਮੰਤਰੀ ਸਾਹਿਬ ਭੜਕ ਗਏ, ਕਿਉਂਕਿ ਚੀਫ ਸੈਕਟਰੀ ਦੀ ਜਿਹੜੀ ਸਾਡੇ ਕੋਲੇ ਗੱਲ ਆਈ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਲੀਡਰ ਲੋਕ ਆ ਉਹ 2 ਨੰਬਰ ਦੀ ਸ਼ਰਾਬ ਵੇਚ ਰਹੇ, ਇਸ ਕਰਕੇ ਰੈਵਨਿਊ ਨਹੀਂ ਵਧ ਰਿਹਾ। ਤੇ ਇਹ ਬੜੀ ਵੱਡੀ ਜਾਂਚ ਦਾ ਵਿਸ਼ਾ ਹੈ। ਮੁੱਖ ਮੰਤਰੀ ਕੋਲੇ ਮਹਿਕਮਾ, ਇੱਕ ਪਾਸੇ ਮੁੱਖ ਮੰਤਰੀ ਤੇ ਉਂਗਲ ਹੈ, ਇੱਕ ਪਾਸੇ ਸਾਰੇ ਮੰਤਰੀਆਂ ਤੇ ਐਮਐਲਏ ਤੇ ਕਾਂਗਰਸੀਆਂ ਤੇ ਉਂਗਲ ਹੈ। ਇਸ ਨੂੰ ਕੱਲੇ ਜਾਤੀ ਤੌਰ ਤੇ ਡਾਈਵਰਟ ਕਰਨ ਦੀ ਮੁੱਦੇ ਨੂੰ ਲੋੜ ਨਹੀਂ ਹੈ। ਅੱਜ ਲੋੜ ਹੈ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮੁੱਖ ਮੰਤਰੀ ਸਾਹਿਬ ਲਿਖਣ ਕਿ ਕਿਸੇ ਵੀ ਇੱਕ ਸਿਟਿੰਗ ਜੱਜ ਦੀ ਡਿਊਟੀ ਲਾ ਕੇ ਇਹਦੀ ਇਨਕੁਆਇਰੀ ਕਰਾਈ ਜਾਵੇ। ਠੀਕ ਹੈ, ਜੈ ਕਿਸ਼ਨ ਰੋੜੀ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਰੋੜੀ ਸਾਹਿਬ, ਚੰਨੀ ਕਹਿੰਦੇ ਨੇ ਕਿ ਪੋਲ ਖੋਲਣ ਦੀ ਧਮਕੀ ਦਿੱਤੀ, ਬਾਜਵਾ ਕਹਿੰਦੇ ਨੇ ਕਿ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕਿਹਾ, लेकिन अगर धमकी दी है तो ਜਿਹੜੇ केस जिस तरह कि चरणजीत सिंह चन्नी ने भी कहा है कि ਕਿਹੜੇ केसां ਦੀ पोल खोलण की धमकी दी हो सकती है? बाजवा की सफाई नूं की मन्निया जाए? बाजवा की सफाई नूं कुछ दबिया छिपिया है अंदर खाते? गगन जी देखो, ਜਿਹੜਾ ਹੁਣ ਸਮਾਂ ਚੱਲ ਰਿਹਾ ਨਾ, ਇਹ ਸਮਾਂ ਕਰੋਨਾ ਦਾ ਚੱਲ ਰਿਹਾ ਹੈ। ਔਰ ਤੁਸੀਂ ਦੇਖੋ ਕਿ ਭਾਵੇਂ ਕੋਈ ਵੀ ਪਾਰਟੀ ਹੋਵੇ, ਭਾਵੇਂ ਆਪੋਜੀਸ਼ਨ ਦੀਆਂ ਹੋਣ, ਭਾਵੇਂ ਰਾਜ ਕਰਦੀਆਂ ਇਸ ਸਮੇਂ ਜਿਹੜੀ ਸਰਕਾਰ ਉਹਦੀ ਗੱਲ ਹੋਵੇ, ਜਿੰਨੀਆਂ ਵੀ ਪੰਜਾਬ ਵਿੱਚ ਪਾਰਟੀਆਂ ਨੇ, ਸਰਬ ਪਾਰਟੀ ਮੀਟਿੰਗ ਵੀ ਹੋਈ, ਆਪਣੇ ਆਪਣੇ ਸੁਝਾਅ ਵੀ ਦਿੱਤੇ, ਔਰ ਸਾਰੀਆਂ ਪਾਰਟੀਆਂ ਨੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਹੈ ਕਿ ਕਰੋਨਾ ਵਰਗੀ ਮਹਾ ਜਿਹੜੀ ਭਿਆਨਕ ਬਿਮਾਰੀ ਹੈ ਇਹਦੇ ਨਾਲ ਲੜਿਆ ਜਾਵੇ। ਆਪਣੇ ਵੱਲੋਂ ਜਿੰਨੇ ਸਾਧਨ ਕਿਸੇ ਕੋਲੋਂ ਹੁੰਦੇ ਸੀ ਉਹ ਬਣ ਪਾਏ ਉਹਨਾਂ ਨੇ ਕੀਤੇ। ਪਰ ਦੇਖੋ ਕਿ ਸਰਕਾਰ ਜਿਹੜੀ ਹੈ ਉਹ ਆਪਸ ਵਿੱਚ ਲੜ ਰਹੀ ਹੈ। ਸਹਿਯੋਗੀਆਂ ਦਾ ਕੀ ਸਹਿਯੋਗ ਲੈਣਾ ਉਹਨਾਂ ਨੇ? ਅੱਜ ਜ਼ਰੂਰਤ ਤਾਂ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਘਰਾਂ ਦੇ ਵਿੱਚ ਪਿਛਲੇ 1.5-2 ਮਹੀਨੇ ਤੋਂ ਬੰਦ ਬੈਠੇ ਨੇ, ਉਹਨਾਂ ਦੀਆਂ ਜ਼ਰੂਰਤਾਂ ਕੀ ਨੇ, ਉਹਨਾਂ ਨੂੰ ਲੋੜ ਕਿਸ ਚੀਜ਼ ਦੀ ਹੈ, ਉਸ ਚੀਜ਼ ਤੇ ਸਰਕਾਰ ਧਿਆਨ ਦੇਵੇ, ਸਰਕਾਰ ਉਸ ਚੀਜ਼ ਤੇ ਫੋਕਸ ਕਰੇ ਔਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਵਧੇ। ਪਰ ਸਰਕਾਰ ਕਰ ਕੀ ਰਹੀ ਹੈ? ਸ਼ਰਾਬ ਪਿੱਛੇ ਲੜ ਰਹੀ ਹੈ। ਜੇਕਰ ਇਹਨਾਂ ਨੂੰ ਲੜਨਾ ਹੀ ਸੀਗਾ, ਭਿਆਨਕ ਬਿਮਾਰੀ ਹੈ, ਉਹਦੇ ਨਾਲ ਜਿਹੜੀਆਂ ਆਈਆਂ ਮੁਸੀਬਤਾਂ ਨੇ, ਉਹਨਾਂ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਸੀ। ਅੱਜ ਪੰਜਾਬ ਦੇ ਵਿੱਚ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਪਿਛਲੇ 1.5 ਮਹੀਨੇ ਤੋਂ ਜਿਸ ਦੁਕਾਨ ਦਾ ਸ਼ਟਰ ਬੰਦ ਹੈ ਉਹਦਾ ਐਵਰੇਜ ਬਿੱਲ ਪਿਛਲੇ ਸਾਲ ਦੇ ਤਰ੍ਹਾਂ ਉਹਨਾਂ ਨੇ ਪਾ ਕੇ ਭੇਜ ਦਿੱਤਾ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹਦਾ ਬਿਜਲੀ ਦਾ ਬਿੱਲ ਅੱਜ 5000 ਰੁਪਇਆ ਘਰ ਭੇਜ ਦਿੱਤਾ ਦੁਕਾਨ ਦਾ, ਉਹ ਮਿਡਲ ਪਰਿਵਾਰ, ਜਿਹੜਾ ਮਿਡਲ ਕਲਾਸ ਲੋਕ, ਉਹ ਕਿੱਥੇ ਜਾਣਗੇ? ਜਿਨ੍ਹਾਂ ਘਰਾਂ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਹੈ, ਉਹ ਬਿਜਲੀ ਦਾ ਬਿੱਲ ਕਿੱਥੋਂ ਦੇਣਗੇ? ਅੱਜ ਸਰਕਾਰ ਦੇ ਤੁਸੀਂ ਭਾਵੇਂ ਐਮਐਲਏ ਨੂੰ ਦੇਖ ਲਓ, ਭਾਵੇਂ ਮੰਤਰੀ ਨੂੰ ਦੇਖ ਲਓ, ਉਹ ਸਿਰਫ ਆਪਣੇ ਹਿੱਸੇਦਾਰੀ ਨੂੰ ਲੈ ਕੇ ਇੱਕ ਦੂਜੇ ਨਾਲ ਤਰਲੋ ਮੱਛੀ ਹੋ ਕੇ ਮਿਹਣੋ ਮਿਹਣੀ ਹੋ ਰਹੇ ਨੇ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਵੇਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ, ਕੱਲੇ ਕੱਲੇ ਦੇ ਖਾਤੇ ਵਿੱਚ, ਭਾਵੇਂ ਡਰਾਈਵਰ ਹੋਣ, ਭਾਵੇਂ ਸਫਾਈ ਸੇਵਕ ਹੋਣ, ਭਾਵੇਂ ਉਹ ਆਪਣੇ ਜਿਹੜੇ ਕੰਸਟਰਕਸ਼ਨ ਵਰਕਰ ਹੋਣ, ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਤਾਂ ਨੇ ਕਿ ਉਹਨਾਂ ਨੇ ਉੱਥੋਂ ਦੀ ਆਮਦਨ ਵਧਾਈ ਹੈ। ਆਮਦਨ ਤਾਂ ਇਹਨਾਂ ਨੇ ਵਧਾਣੀ ਕੀ ਸੀ? ਚਲੋ ਰੋੜੀ ਸਾਹਿਬ, ਮਾਜ਼ਰਤ ਚਾਹੁੰਦਾ, ਮੈਂ ਰੋਕ ਰਿਹਾ। ਆਪਾਂ ਦਿੱਲੀ ਦੀ ਗੱਲ ਘੱਟ ਕਰਦੇ ਹੋਏ ਪੰਜਾਬ ਦੀ ਜ਼ਿਆਦਾ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੇ ਮਾਡਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਮੈਂ ਜਗਦੀਪ ਸੰਧੂ ਹੋਰਾਂ ਨੂੰ ਇਸ ਚਰਚਾ ਦੇ ਵਿੱਚ ਨਾਲ ਜੋੜਨਾ ਚਾਹੁੰਦਾ। ਸੰਧੂ ਜੀ, ਮੈਨੂੰ ਐ ਲੱਗਦਾ ਵੀ ਜਿਹੜੀ ਗੱਲ ਇੱਥੇ ਬਰਾੜ ਸਾਹਿਬ ਹੋਰਾਂ ਨੇ ਰੱਖੀ ਹੈ ਉਹ ਗੱਲ ਇੰਪੋਰਟੈਂਟ ਹੈ ਕਿ ਜਿਹੜਾ ਅਸਲ ਇਸ਼ੂ ਸੀ ਉਸ ਨੂੰ ਭਟਕਾ ਕੇ ਇਹ ਦਲਿਤ ਰਾਜਨੀਤੀ ਵੱਲ ਪਾ ਲਿਆ ਗਿਆ। ਤੁਸੀਂ ਅਕਸਰ ਹੀ ਜਿਹੜਾ ਹੈ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਹੋ, ਬਥੇਰੇ ਇਸ ਗੱਲ ਨੂੰ ਜਿਹੜਾ ਹੈ ਸਮਝਾ ਸਕਦੇ ਹੋ ਕਿ ਬਰਾੜ ਹੋਰਾਂ ਦੀ ਗੱਲ ਠੀਕ ਹੈ, ਵਾਜਬ?
ਨਵਜੋਤ, ਅੱਜ ਚਰਚਾ ਤੇ ਹੋਣੀ ਚਾਹੀਦੀ ਸੀ ਕਰੋਨਾ ਸੰਕਟ ਦੀ ਕਿ ਪੰਜਾਬ 'ਚ ਜਿਹੜੇ ਮਜ਼ਦੂਰ ਇੱਥੋਂ ਪਲਾਇਨ ਕਰ ਰਹੇ ਆ ਉਹ ਇੰਡਸਟਰੀ ਕਿਵੇਂ ਚੱਲੂਗੀ, ਲੇਕਿਨ ਪਿਛਲੇ 3-4 ਦਿਨ ਤੋਂ ਚਰਚਾ ਜਿਹੜੀ ਹੈ ਉਹ ਮੰਤਰੀਆਂ ਦੀ ਲੜਾਈ ਜਾਂ ਚੀਫ ਸੈਕਟਰੀ ਬਨਾਮ ਮੰਤਰੀ ਲੜਾਈ ਸੀ ਉਹ ਚੱਲ ਰਹੀ ਸੀ। ਇੱਕ ਤਰ੍ਹਾਂ ਕਾਂਗਰਸ ਨੇ ਇੱਕ ਸੈਲਫ ਗੋਲ ਕਰ ਲਿਆ ਔਰ ਖਾਸ ਗੱਲ ਅੱਜ ਇਹ ਰਹੀ ਜੋ ਸਾਡੀਆਂ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਗੱਲ ਹੋਈ ਹੈ, ਉਹਨਾਂ ਦਾ ਕਹਿਣਾ ਹੈ ਕਿ ਕਟਿੰਗ ਅਕ੍ਰੋਸ ਦ ਪਾਰਟੀ ਲਾਈਨਸ ਹਰ ਪਾਰਟੀ 'ਚ ਉਹਨਾਂ ਨੂੰ ਅੱਜ ਫੋਨ ਆਏ ਨੇ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਤੁਸੀਂ ਬਹੁਤ ਠੀਕ ਕੀਤਾ ਔਰ ਤੁਸੀਂ ਇਸ ਜਿਹੜਾ ਮੁੱਦਾ ਸੀ ਉਹ 'ਚ ਖੜੇ ਰਹੇ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਇਹ ਮੁੱਦਾ ਹੋਇਆ ਸੀ ਜਦੋਂ ਚੀਫ ਸੈਕਟਰੀ ਦੀ ਮੀਟਿੰਗ 'ਚੋਂ ਸਾਰੇ ਮੰਤਰੀ ਉੱਠ ਕੇ ਆਏ ਸੀ, ਉਦੋਂ ਸਭ ਤੋਂ ਜ਼ਿਆਦਾ ਮੁਖਰ ਮਨਪ੍ਰੀਤ ਸਿੰਘ ਬਾਦਲ ਸੀ, ਉਹਨਾਂ ਨੂੰ ਕੋਈ ਸਮਝਾਉਣ ਨਹੀਂ ਗਿਆ। ਔਰ ਮੈਂ ਆਪਣੇ ਦਰਸ਼ਕ ਜਿਹੜੇ ਜੁੜੇ ਆ ਉਹਨਾਂ ਨੂੰ ਇੱਕ ਗੱਲ ਦੱਸਦਾ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਚੰਡੀਗੜ੍ਹ ਦੇ ਵਿੱਚ ਘਰ ਹੈ ਸੈਕਟਰ 2 ਦੇ ਵਿੱਚ, ਉਹ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਹੈ ਔਰ ਕਰੀਬ 100 ਮੀਟਰ ਦੀ ਦੂਰੀ ਤੇ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਘਰ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੰਤਰੀ ਜਿਹੜੇ ਆਪਸ 'ਚ ਤਾਲਮੇਲ ਨਹੀਂ ਹੈ, ਮੰਤਰੀ ਦਾ ਸੀਐਮ ਨਾਲ ਤਾਲਮੇਲ ਨਹੀਂ ਹੈ ਔਰ ਕਿਤੇ ਨਾ ਕਿਤੇ ਕਾਂਗਰਸ ਨੇ ਸੈਲਫ ਗੋਲ ਕਰਾ ਲਿਆ ਔਰ ਅੱਜ 12 ਤੋਂ ਜ਼ਿਆਦਾ ਵਿਧਾਇਕ ਜਿਹੜੇ ਆ ਉਹਨਾਂ ਨੇ ਸੋਲੀਡੈਰਿਟੀ ਦਿਖਾਈ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਔਰ ਕਾਂਗਰਸ ਦੀ ਹੁਣ ਪੂਰੀ ਕੋਸ਼ਿਸ਼ ਹੈ ਕਿ ਫਾਇਰ ਫਾਈਟਿੰਗ ਕੀਤੀ ਜਾਵੇ ਔਰ ਕਿਸੇ ਤਰ੍ਹਾਂ ਜਿਹੜੀ ਥੋੜੀ ਬਹੁਤ ਵਿਰੋਧ ਹੋ ਰਿਹਾ ਹੈ ਉਹਨੂੰ ਇੱਥੇ ਦਬਾਤਾ ਜਾਵੇ, ਕਿਉਂਕਿ ਕਰੀਬ 1.5 ਸਾਲ ਰਹਿ ਗਿਆ ਹੈ ਚੋਣਾਂ ਨੂੰ ਔਰ ਖਾਸ ਕਰਕੇ ਕਰੋਨਾ ਕਰਕੇ ਤੇ ਕਾਂਗਰਸ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ, ਲੇਕਿਨ ਜਿਸ ਤਰ੍ਹਾਂ ਮੰਤਰੀ ਲੜ ਰਹੇ ਆ ਇਹ ਸ਼ਾਇਦ ਪਹਿਲੀ ਵਾਰ ਦੇਖਿਆ ਗਿਆ। ਬਿਲਕੁਲ ਜਗਦੀਪ, ਜਿਸ ਤਰ੍ਹਾਂ ਕਿ ਫਾਇਰ ਫਾਈਟਿੰਗ ਦੀ ਤੁਸੀਂ ਗੱਲ ਕੀਤੀ ਹੈ, ਇਹ ਅੰਦਰੂਨੀ ਖਾਨਾ ਜੰਗੀ ਇਹ ਪਹਿਲੀ ਵਾਰ ਕੋਈ ਸਾਹਮਣੇ ਨਹੀਂ ਆਈ, ਇਸ ਤੋਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਨੇ, ਇੰਟਰਨਲ ਇਸ਼ੂਜ਼ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਔਰ ਵਿਰੋਧੀਆਂ ਨੂੰ ਬੈਠੀ ਬਿਠਾਏ ਮੌਕਾ ਮਿਲ ਜਾਂਦਾ ਸੱਤਾ ਤੇ ਨੁਕੇਰਨ ਦਾ। ਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਪੂਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕਿਸ ਤਰ੍ਹਾਂ ਮਾਹੌਲ ਨੂੰ ਸ਼ਾਂਤ ਕੀਤਾ ਜਾਏ। ਕੀ ਲੱਗਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਸੁਲਝਾ ਪਾਉਣਗੇ ਜਾਂ ਹੋਰ ਮਗੂਗਾ ਅਜੇ ਮਸਲਾ? ਗਗਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਨੇ ਫੋਨ ਤੇ ਚਰਨਜੀਤ ਸਿੰਘ ਚੰਨੀ ਨਾਲ ਗੱਲ ਕੀਤੀ ਆ ਔਰ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਆਪਣਾ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਮੰਨਦੇ ਆ, ਲੇਕਿਨ ਜੋ ਡੈਮੇਜ ਹੋ ਗਿਆ ਹੈ, ਜੋ ਵਿਰੋਧੀਆਂ ਨੂੰ ਇੱਕ ਮੌਕਾ ਮਿਲ ਗਿਆ ਗੱਲ ਕਰਨ ਦਾ, ਉਹਦਾ ਸ਼ਾਇਦ ਕਿਸੇ ਕੋਲ ਜਵਾਬ ਨਹੀਂ ਹੈ ਔਰ ਆਉਣ ਵਾਲੇ ਦਿਨਾਂ 'ਚ ਜਿਹੜੀ ਲੜਾਈ ਹੈ ਕਾਂਗਰਸ ਦੇ ਅੰਦਰ ਖਾਨਾ ਜੰਗੀ ਹੈ ਹੋਰ ਤੇਜ਼ ਹੋਏਗੀ। ਪਹਿਲੇ 2 ਸਾਲ ਕਾਂਗਰਸ ਦੀ ਸਰਕਾਰ ਵਿੱਚ ਵਰਕਰ ਕਹਿੰਦੇ ਸੀ ਸਾਡੀ ਸੁਣਵਾਈ ਨਹੀਂ ਹੁੰਦੀ, ਉਸ ਤੋਂ ਬਾਅਦ ਐਮਐਲਏ ਤੀਸਰੇ ਸਾਲ ਕਹਿੰਦੇ ਸਾਡੀ ਸੁਣਵਾਈ ਨਹੀਂ ਹੁੰਦੀ ਔਰ 3.5 ਸਾਲ ਜਦੋਂ ਹੋਏ ਸਰਕਾਰ ਦੇ ਉਦੋਂ ਮੰਤਰੀ ਕਹਿ ਰਹੇ ਜੀ ਸਾਡੀ ਵੀ ਸੁਣਵਾਈ ਨਹੀਂ ਹੁੰਦੀ। ਤਾਂ ਆਖਰ ਇਸ ਸਰਕਾਰ ਦੇ ਵਿੱਚ ਸੁਣਵਾਈ ਕਿਸ ਦੀ ਹੋ ਰਹੀ ਹੈ? ਕਿ ਬਿਊਰੋਕਰੇਟਸ ਨੂੰ ਸਰਕਾਰ ਨੂੰ ਚਲਾ ਰਹੇ ਨੇ ਜਾਂ ਮੰਤਰੀ ਚਲਾ ਰਹੇ ਨੇ? ਇਹਦਾ ਜਵਾਬ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜ਼ਰੂਰ ਦੇਣਾ ਪਏਗਾ। ਬਿਲਕੁਲ ਦੇਣਾ ਪਊਗਾ। ਜੋਗਿੰਦਰਪਾਲ ਜੀ, ਜਿਹੜਾ ਪਹਿਲਾ ਇੰਪ੍ਰੈਸ਼ਨ ਜਾਂਦਾ ਹੈ ਜਦੋਂ ਸਰਕਾਰ ਦੀ ਆਪਸ ਦੇ ਵਿੱਚ ਜਿਹੜੀ ਹੈ ਕੁਝ ਵਿਧਾਇਕਾਂ ਦੀ ਅਫਸਰਾਂ ਦੇ ਨਾਲ ਵਿਗੜਦੀ ਹੈ, ਇਹ ਗੱਲ ਕਹੀ ਜਾਂਦੀ ਹੈ ਜੋ ਕਿ ਗੱਲ ਓਪੋਜੀਸ਼ਨ ਵਾਲੇ ਕਹਿੰਦੇ ਸੀ ਉਹ ਆਪ ਵਿਧਾਇਕ ਕਹਿਣ ਲੱਗ ਪਏ ਕਿ ਅਫਸਰਸ਼ਾਹੀ ਸਾਡੇ ਦੇ ਉੱਤੇ ਭਾਰੂ ਹੈ। ਫਿਰ ਜਦੋਂ ਆ ਮੀਟਿੰਗ ਦਾ ਬਾਈਕਾਟ ਹੋਇਆ ਇੱਕ ਇੰਪ੍ਰੈਸ਼ਨ ਇਹ ਗਿਆ ਕਿ ਸ਼ਾਇਦ ਜਿਹੜੀ ਲੀਕਰ ਪਾਲਿਸੀ ਸੀ ਉਹਦੇ ਨਾਲ ਇਹ ਚਿਹਰੇ ਜਿਨ੍ਹਾਂ ਨੇ ਬਾਈਕਾਟ ਕੀਤਾ ਉਹ ਇਤਫਾਕ ਨਹੀਂ ਰੱਖਦੇ, ਉਹ ਪੰਜਾਬ ਦਾ ਭਲਾ ਸੋਚਦੇ। ਉਸ ਤੋਂ ਬਾਅਦ ਅਗਲਾ ਇੰਪ੍ਰੈਸ਼ਨ ਇਹ ਜਾਂਦਾ ਜਦੋਂ ਸਾਰੇ ਇਖਤਿਆਰਾਤ ਮੁੱਖ ਮੰਤਰੀ ਨੂੰ ਦੇ ਆਉਂਦੇ ਆ ਵੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਸਾਡਾ ਤਾਂ ਉਹੀ ਗੱਲ ਹੈ ਵੀ ਅਫਸਰਸ਼ਾਹੀ ਭਾਰੀ ਆ, ਅਫਸਰ ਸਾਨੂੰ ਜ਼ਹਿਰ ਉਗਲਦਾ, ਸਾਨੂੰ ਮਾੜਾ ਬੋਲਦਾ। ਇਹਦਾ ਮਤਲਬ ਜੋ ਸੂਬੇ ਨੂੰ ਘਾਟਾ ਪੈ ਰਿਹਾ ਉਹਦੀ ਕੋਈ ਗੱਲ ਨਹੀਂ, ਜੋ ਵਿਰੋਧੀ ਧਿਰਾਂ ਜਾਂਚ ਦੀ ਗੱਲ ਕਹਿ ਰਹੀਆਂ ਨੇ ਉਹਦੀ ਕੋਈ ਗੱਲ ਨਹੀਂ, ਬਸ ਗੱਲ ਇਹ ਹੈ ਵੀ ਸਾਨੂੰ ਕਿਸੇ ਨੇ ਕਿਉਂ ਕਹਿਤਾ ਤੇ ਕੀ ਕਹਿਤਾ ਉਹੀ ਗੱਲ ਹੈ। ਚਰਨਜੀਤ ਚੰਨੀ ਹੋਣਾ ਤੇ ਬਿਲਕੁਲ ਆਪਣਾ ਕੁਐਸਚਨ ਵਾਜਬ ਪੇਸ਼ ਕੀਤਾ, ਉਹਨਾਂ ਕਿਹਾ ਵੀ ਐਕਸਾਈਜ਼ ਮਹਿਕਮਾ ਸਾਡਾ ਘਾਟੇ 'ਚ ਕਿਉਂ ਜਾ ਰਿਹਾ ਤੇ ਜੋ ਪੁੱਛਿਆ ਤੇ ਉਹਦੀ ਬੇਇੱਜ਼ਤੀ ਕੀਤੀ ਗਈ। ਮੈਂ ਵੀ ਉਹਦੇ ਹੱਕ ਦੇ ਵਿੱਚ ਹਾਂ, ਜੇ ਐਕਸਾਈਜ਼ ਮਹਿਕਮਾ ਕਿਸੇ ਸਕੱਤਰ ਨੂੰ ਸੀਐਮ ਸਾਹਿਬ ਨੇ ਦਿੱਤਾ ਤੇ ਜ਼ਿੰਮੇਵਾਰੀ ਸਕੱਤਰ ਦੀ ਬਣਦੀ ਹੈ ਕਿ ਉਸ ਮਹਿਕਮੇ ਨੂੰ ਉੱਚਾ ਚੁੱਕਣਾ। ਤੇ ਮੈਂ ਆਪਣੇ ਭਰਾਵਾਂ ਨੂੰ ਵਿਰੋਧੀ ਧਿਰ ਨੂੰ ਇਹ ਪੁੱਛਣਾ ਚਾਹੁੰਦਾ, ਪਿਛਲੇ 10 ਸਾਲ ਇਹਨਾਂ ਵੀ ਰਾਜ ਕੀਤਾ ਤੇ ਇਹਨਾਂ ਦੀ ਸਰਕਾਰ ਦੇ ਟਾਈਮ ਵੀ ਕਿੰਨਾ ਘੱਟ ਚ ਰਿਹਾ ਐਕਸਾਈਜ਼ ਮਹਿਕਮਾ। ਮੈਂ ਅੱਜ ਨਵਜੋਤ ਸਿੱਧੂ ਦੀ ਵਾਈਟ ਸੁਣਦਾ ਪਿਆ ਸੀ, ਹੁਣ 3-4 ਸਟੇਟਾਂ ਦਾ ਨਾਂ ਲਿਆ, ਉਹਨਾਂ ਗੱਲ ਕਹੀ ਹੈ ਕਿ ਉੱਥੇ ਜਿਹੜਾ 30,000 ਕਰੋੜ ਰੁਪਈਆ ਪਰ ਸਾਲ ਦੀ ਇਨਕਮ ਹੋ ਰਹੀ ਹੈ। ਤੇ ਮੈਂ ਤੇ ਤੁਹਾਡਾ ਇਹਦੇ ਵਿੱਚ ਗੱਲ ਕਹਿਣਾ ਚਾਹੁੰਦਾ, ਸਾਡੇ ਵੀ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਦੂਜੀ ਸਟੇਟਾਂ ਦੀ ਨਕਲ ਮਾਰ ਲੈਣੀ ਚਾਹੀਦੀ। ਜਿੱਦਾਂ ਸਾਡੇ ਭਰਾ ਨੇ ਗੱਲ ਕਹੀ ਹੈ ਕਿ ਹਰਿਆਣੇ ਦੇ ਵਿੱਚ ਸਾਡਾ ਜਿਹੜਾ ਰੈਵਨਿਊ ਵਧਦਾ ਪਿਆ ਤੇ ਸਾਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਸਾਡਾ ਵੀ ਕਿਸੇ ਤਰੀਕੇ ਨਾਲ ਰੈਵਨਿਊ ਵਧਾ ਚਾਹੀਦਾ ਪੰਜਾਬ ਦੇ ਵਿੱਚ। ਚਲੋ ਤੁਹਾਡੀ ਸਾਰੀ ਗੱਲ ਠੀਕ ਹੋ ਸਕਦੀ ਹੈ ਕਿ ਇਹਨਾਂ ਨੇ ਕੀ ਕੀਤਾ ਨਹੀਂ ਕੀਤਾ, ਮੈਂ ਤਾਂ ਇਹ ਗੱਲ ਕਹਿ ਰਿਹਾ ਉਹ ਤਾਂ ਕਹਿੰਦੇ ਚਲੋ ਠੀਕ ਹੈ, ਕਈ ਵਾਰੀ ਲੋਕਾਂ 'ਚ ਇਹ ਲੱਗਦਾ ਵੀ ਵਿਰੋਧੀ ਨੇ ਵਿਰੋਧ ਕਰਦੇ, ਉਹਨਾਂ ਦਾ ਕੰਮ ਹੀ ਵਿਰੋਧ ਕਰਨਾ ਹੈ,
ਪਰ ਥੋੜੀ ਤਾਂ ਆਪਣੇ ਕਰਨ ਲੱਗ ਪਏ ਨੇ। ਆਪਾਂ ਮਾਲਵੇ ਤੋਂ ਚੱਲ ਪਈਏ, ਫਿਰੋਜ਼ਪੁਰ ਤੋਂ ਸ਼ੁਰੂ ਹੋ ਜਾਈਏ, ਬਠਿੰਡੇ ਤੱਕ ਆ ਜਾਈਏ, ਲੁਧਿਆਣੇ ਚਲੀ ਜਾਈਏ, ਗੁਰਦਾਸਪੁਰ ਚਲੀ ਜਾਈਏ, ਸਾਰੀ ਵਿਰੋਧ ਕਰ ਰਹੇ ਨੇ, ਸਾਰੀ ਜਾਂਚ ਮੰਗ ਰਹੇ ਨੇ। ਵਿਰੋਧੀ ਤਾਂ ਮੰਗਣ ਤੁਹਾਡੇ ਆਪਣੇ ਜਾਂਚ ਮੰਗ ਰਹੇ ਨੇ। ਇਹ ਜਾਂਚ ਜੂੰਚ ਹੋਵੇਗੀ ਕਿ ਇਦਾਂ ਹੀ ਹਵਾਈ ਰੌਲਾ ਪਾ ਕੇ ਇੱਥੇ ਗੱਲ ਸੈੱਟ ਕਰਕੇ ਅੰਦਰੀ ਗੱਲ ਦੱਬ ਲਈ ਜਾਵੇਗੀ? ਸਾਡਾ ਜਿਹੜਾ ਪੰਜਾਬ ਦਾ ਮਾਨਯੋਗ ਸਾਡੇ ਪ੍ਰਧਾਨ ਹੈ ਸੁਨੀਲ ਜਾਖੜ ਜੀ, ਉਹ ਅੱਜ ਦਿੱਲੀ ਵਿੱਚ ਸੀ ਤੇ ਉਹ ਜਿਸਲੇ ਆ ਜਾਂਦੇ ਆ ਫਿਰ ਸੀਐਮ ਸਾਹਿਬ ਨਾਲ ਬੈਠ ਕੇ ਇਹਦੀ ਜ਼ਰੂਰ ਜਿਹੜੀ ਜਾਂਚ ਕੀਤੀ ਜਾਏਗੀ। ਅਗਰ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਤਾਂ ਕਹਿੰਦੇ ਨੇ ਕਿ ਸੀਐਮ ਸਾਹਿਬ ਨਾਲ ਇਹਦੀ ਗੱਲ ਹੀ ਨਹੀਂ ਕਰਨੀ ਚਾਹੀਦੀ, ਜਾਂਚ ਹੀ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਸਟੇਟ ਏਜੰਸੀਜ਼ ਵੀ ਉਹਨਾਂ ਕੋਲੇ ਨੇ। ਉਹ ਕਹਿੰਦੇ ਵਿਸ਼ਵਾਸ ਹੀ ਸਾਨੂੰ ਕੋਈ ਨਹੀਂ ਹੈ। ਇਹ ਗੱਲ ਤੇ ਉਹਨਾਂ ਦੀ ਵੀ ਠੀਕ ਹੈ, ਜਾਂਚ ਤੇ ਜਿਹੜੀ ਹੈ ਨਿਸ਼ਪਕਸ਼ ਹੋਣੀ ਚਾਹੀਦੀ ਹੈ। ਤੇ ਗੱਲ ਤਾਂ ਫਿਰ ਚਰਨਜੀਤ ਬਰਾੜ ਹੋਰਾਂ ਦੀ ਵੀ ਠੀਕ ਹੈ ਵੀ ਵਿਭਾਗ ਤਾਂ ਮੁੱਖ ਮੰਤਰੀ ਕੋਲੋਂ ਹੈ, ਜਿਹਦੇ ਵਿਭਾਗ ਦੇ ਉੱਤੇ ਸਵਾਲ ਹੋਏ ਨੇ। ਨਹੀਂ, ਉਹ ਤੇ ਮੈਂ ਵੀ ਗੱਲ ਕਹੀ ਹੈ, ਹਾਈ ਕੋਰਟ ਦਾ ਕੋਈ ਰਿਟਾਇਰ ਜੱਜ ਜਿਹੜਾ ਉਹਨਾਂ 3-4 ਬੰਦਿਆਂ ਦੀ ਕੋਈ ਟੀਮ ਬਣਾ ਕੇ ਤੇ ਬਿਲਕੁਲ ਨਿਸ਼ਪਕਸ਼ ਜਿਹੜੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੋਗਿੰਦਰ ਜੀ, ਮੈਂ ਤੁਹਾਨੂੰ ਰੋਕ ਰਿਹਾ, ਸ਼ਾਇਦ ਚਰਨਜੀਤ ਬਰਾੜ ਹੋਰੀ ਕੁਝ ਕਹਿ ਰਿਹਾ। ਬਰਾੜ ਸਾਹਿਬ, ਆਪਾਂ ਗੱਲ ਕਿਸੇ ਤਣ ਪੱਤਣ ਲਾਈਏ, ਲੋਕ ਘੰਟਾ ਕੱਢ ਕੇ ਕੀਮਤੀ ਸਮਾਂ ਕੱਢ ਕੇ ਸੁਣ ਰਹੇ ਆ, ਇਹ 'ਚ ਹੋਊਗਾ ਕੀ? ਤੁਹਾਨੂੰ ਲੱਗਦਾ ਕੀ ਹੈ ਵੀ ਹੋਣਾ ਕੀ ਹੈ? ਦੇਖੋ, ਮੇਰੀ ਇੱਕ ਬੇਨਤੀ ਹੈ ਕਿ ਗੱਲ ਮੁੱਖ ਮੰਤਰੀ ਸਾਹਿਬ ਦੇ ਮਹਿਕਮੇ ਤੇ ਹੈ ਔਰ ਉਹਦੇ 12 ਮਿਨਿਸਟਰਾਂ ਨੇ ਗੱਲ ਚੱਕੀ ਹੈ, ਉਹਦੇ 25-30 ਐਮਐਲਏ ਨੇ ਗੱਲ ਚੱਕੀ ਹੈ, ਵਿਰੋਧੀ ਧਿਰਾਂ ਦੋਨਾਂ ਨੇ ਪਾਰਟੀਆਂ ਨੇ ਗੱਲ ਚੱਕੀ ਹੈ। ਅੱਜ ਜੇ ਅਸੀਂ ਕੱਲੀ ਸੀਬੀਆਈ ਕਹਿ ਦਿੰਦੇ ਤੇ ਇਹ ਕਹਿੰਦੇ ਜੀ ਇਹ ਤਾਂ ਦਿੱਲੀ ਦੇ ਤਹਿਤ ਹੈ। ਅਸੀਂ ਬੇਨਤੀ ਇਹ ਕੀਤੀ ਹੈ ਕਿ ਸੀਬੀਆਈ ਤੋਂ ਕਰਾ ਲਓ ਤਾਂ ਵੀ ਠੀਕ ਹੈ, ਨਹੀਂ ਤਾਂ ਮਾਨਯੋਗ ਚੀਫ ਜਸਟਿਸ ਸਾਹਿਬ ਨੂੰ ਲਿਖ ਦਿਓ ਕਿਸੇ ਸਿਟਿੰਗ ਜੱਜ ਦੀ, ਕਿਉਂਕਿ ਰਿਟਾਇਰਡ ਫਿਰ ਕਿਤੇ ਨਾ ਕਿਤੇ ਸਰਕਾਰਾਂ ਦੀ ਗੱਲ, ਕਿਸੇ ਦਾ ਰਿਸ਼ਤੇਦਾਰ, ਕਿਸੇ ਦਾ ਅੱਗੇ ਵੀ ਕਈ ਰੌਲੇ ਪੈਕੇਟ ਹੈ, ਇਹ ਰਿਟਾਇਰ ਸਿਟਿੰਗ ਜੱਜ ਤੋਂ ਜਿਹੜੀ ਇਨਕੁਆਇਰੀ ਕਰਾਈ ਜਾਵੇ। ਇੱਕ ਬੇਨਤੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਅੱਜ ਗੱਲ ਤਾਂ ਹੋਣੀ ਚਾਹੀਦੀ ਸੀ ਕਿ ਜਿਹੜਾ ਰਾਸ਼ਨ ਸੈਂਟਰ ਤੋਂ ਭੇਜਿਆ ਗਿਆ ਉਹ ਕਿਉਂ ਨਹੀਂ ਵੰਡਿਆ ਗਿਆ। ਇਹਦੇ 'ਚ ਗੱਲ ਤੇ ਇਹ ਹੋਣੀ ਚਾਹੀਦੀ ਸੀ ਬੰਦ ਪਈਆਂ ਫੈਕਟਰੀਆਂ ਤੇ ਦੁਕਾਨਾਂ ਦੇ ਬਿੱਲ ਕਿਉਂ ਭੇਜੇ ਜਾ ਰਹੇ ਆ ਜਾਂ ਗਰੀਬਾਂ ਨੂੰ ਬਿੱਲ ਮਾਫ ਕਿਉਂ ਨਹੀਂ ਕੀਤੇ ਗਏ, ਉਹ ਨਹੀਂ ਹੋ ਰਹੀ। ਅੱਜ ਦੂਜੇ ਪਾਸੇ ਨੂੰ ਸਾਰੀ ਡਾਈਵਰਸਿਫਿਕੇਸ਼ਨ ਹੋਈ ਹੈ, ਪਰ ਇਹ ਮੁੱਦਾ ਛੋਟਾ ਨਹੀਂ ਹੈ। 2.5-3 ਹਜ਼ਾਰ ਕਰੋੜ ਰੁਪਇਆ ਬਹੁਤ ਵੱਡਾ ਹੀ ਅਮਾਉਂਟ ਹੁੰਦੀ ਹੈ ਇੱਕ ਸਟੇਟ ਵਾਸਤੇ। 2.5-3 ਹਜ਼ਾਰ ਕਰੋੜ ਰੁਪਇਆ ਜੇ ਪੰਜਾਬ ਦੇ ਲੋਕਾਂ ਦਾ ਲੁੱਟਿਆ ਗਿਆ ਤਾਂ ਉਹਦੀ ਜਾਂਚ ਤਾਂ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ। ਪੰਜਾਬ ਦੀ ਇਹ ਜਨਤਾ ਜਾਣਨਾ ਚਾਹੁੰਦੀ ਹੈ। ਤੁਸੀਂ ਦੇਖੋ ਕਮੇਟੀ ਕੀ ਬਣੀ ਹੈ। ਬਿਲਕੁਲ ਗਗਨ ਇੱਕ ਮਿੰਟ, ਅੱਜ ਕਮੇਟੀ ਕੀ ਬਣੀ ਹੈ ਕਿ ਠੇਕੇਦਾਰਾਂ ਦਾ ਘਾਟਾ ਕਿਵੇਂ ਪੂਰਾ ਕਰਨਾ ਹੈ, ਉਸ ਗੱਲ ਦੀ ਤਾਂ ਬਣ ਗਈ। ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਜਿਹੜਾ, ਉਹਦੀ ਕੋਈ ਕਮੇਟੀ ਨਹੀਂ ਬਣੀ, ਕੋਈ ਉਹਦੀ ਇਨਕੁਆਇਰੀ ਮਾਰਕ ਨਹੀਂ ਹੋਈ। ਜੇ ਚੀਫ ਸੈਕਟਰੀ 'ਚ ਨੁਕਸ ਸੀਗਾ ਉਹਨੂੰ ਸਮਝ ਲਓ, ਉਹਦੇ ਤੋਂ ਵਿਭਾਗ ਬਦਲਤਾ, ਤੇ ਜੇ ਨੁਕਸ ਸੀ ਤਾਂ ਫਿਰ ਪਰਚਾ ਦਰਜ ਕਿਉਂ ਨਹੀਂ ਹੋਇਆ? ਜਾਂ ਚੀਫ ਸੈਕਟਰੀ ਜੇ ਸਹੀ ਹੈ ਤਾਂ ਫਿਰ ਮੰਤਰੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ, ਜਾਂ ਜਿਹੜੇ ਐਮਐਲਏ ਰਲੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ? ਇਸ ਕਰਕੇ ਮੈਂ ਸਮਝਦਾ ਕਿ ਅੱਜ ਸਾਰੀ ਸਰਕਾਰ ਲੁੱਟਣ ਤੇ ਲੱਗੀ ਹੋਈ ਹੈ ਤੇ ਲੁੱਟ ਦੇ ਪੈਸਿਆਂ ਦਾ ਇਹਨਾਂ ਦਾ ਰੌਲਾ ਹੈ, ਵਾਧੇ ਘਾਟੇ ਦਾ। ਅੱਜ ਜਿੰਨਾ ਚਿਰ ਸਿਟਿੰਗ ਜੱਜ ਤੋਂ ਕੋਈ ਇਨਕੁਆਇਰੀ ਨਹੀਂ ਕਰਾਉਂਦੇ ਉਨੀ ਦੇਰ ਕੋਈ ਵੀ ਗੱਲ ਜਿਹੜੀ ਆ ਉਹ ਸਿਰੇ ਨਹੀਂ ਲੱਗਣੀ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਤੁਰੰਤ ਮਾਨਯੋਗ ਚੀਫ ਜਸਟਿਸ ਸਾਹਿਬ ਨੂੰ ਲਿਖ ਕੇ ਸਿਟਿੰਗ ਜੱਜ ਤੋਂ ਇਨਕੁਆਇਰੀ ਜਿਹੜੀ ਆ ਉਹ ਕਰਾਈ ਜਾਵੇ। ਠੀਕ ਹੈ ਰੋੜੀ ਜੀ, ਇਤਫਾਕ ਰੱਖਦੇ ਹੋ ਬਰਾੜ ਸਾਹਿਬ ਦੀਆਂ ਗੱਲਾਂ ਤੋਂ? ਇਸ ਦੇ ਨਾਲ ਹੀ ਇਹ ਵੀ ਦੱਸੋ ਕਿ ਜੋ ਸਿਆਸੀ ਘਮਾਸਾਨ ਮਚਿਆ ਹੋਇਆ ਹੈ, ਇਹ ਕਿ ਵਾਕਈ ਹੀ ਜੋ ਮੇਨ ਇਸ਼ੂਜ਼ ਨੇ ਉਸ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜਨਤਾ ਦਾ ਜਵਾਬ ਚਾਹੁੰਦੀ ਹੈ ਨਾ। ਜਨਤਾ ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੋਇਆ ਨਜ਼ਰ ਆਉਂਦਾ ਹੈ? ਦੇਖੋ ਗਗਨ ਜੀ, 5 ਸਾਲ ਬਾਅਦ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਨੇ ਜੀ, ਔਰ ਲਗਭਗ ਇੱਕ ਵਿਧਾਨ ਸਭਾ ਦੇ ਵਿੱਚ ਲਗਭਗ 2 ਲੱਖ ਦੇ ਕਰੀਬ ਵੋਟਰ ਹੁੰਦੇ ਨੇ, ਔਰ ਵੋਟਰ ਆਪਣੇ ਐਮਐਲਏ ਨੂੰ ਚੁਣ ਕੇ ਭੇਜਦੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਪੱਖ ਦੇ ਵਿੱਚ ਕਾਨੂੰਨ ਬਣਾਉਣ ਦੇ ਲਈ ਜੀ। ਔਰ ਜੇਕਰ ਉੱਥੇ ਕੋਈ ਪ੍ਰਾਈਵੇਟ ਮੈਂਬਰ ਬਿੱਲ ਆਉਂਦਾ ਹੈ ਤਾਂ ਉਹਦੇ ਜੇਕਰ ਉਹ ਲੋਕਾਂ ਦੇ ਹਿੱਤ ਵਿੱਚ ਹੈ ਤਾਂ ਉਹਦੀ ਸਪੋਰਟ ਕਰਨ, ਜੇਕਰ ਹਿੱਤ 'ਚ ਨਹੀਂ ਹੈ ਤਾਂ ਉਹਦਾ ਵਿਰੋਧ ਕਰਨ। ਸਾਡੇ ਐਮਐਲਏ ਸਾਹਿਬ ਜਿਹੜੇ ਨੇ ਆਪਣੇ ਕਾਂਗਰਸ ਤੋਂ ਅੱਜ ਕਹਿ ਰਹੇ ਨੇ ਇੱਥੇ ਟੀਵੀ ਟੈਲੀਵਿਜ਼ਨ ਡਿਬੇਟ ਤੇ ਬੈਠ ਕੇ ਕਿ ਪੰਜਾਬ ਸਰਕਾਰ ਨੂੰ ਬਾਕੀ ਜਿਹੜੀਆਂ ਹੋਰ ਸਰਕਾਰਾਂ ਨੇ, ਭਾਵੇਂ ਦਿੱਲੀ ਸਰਕਾਰ ਹੈ ਭਾਵੇਂ ਤਾਮਿਲਨਾਡੂ ਦੀ ਸਰਕਾਰ ਹੈ, ਜਿਵੇਂ ਉਹਨਾਂ ਨੇ ਸ਼ਰਾਬ ਜਿਹੜੀ ਸਰਕਾਰੀ ਕੀਤੀ ਹੈ, ਜਿਹੜਾ ਕਾਂਗਰਸ ਨੇ ਆਪਣੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੱਲ ਮੈਨੀਫੈਸਟੋ 'ਚ ਲਿਖੀ ਸੀ ਕਿ ਆਉਂਦੇ ਸਾਰ ਅਸੀਂ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਖਤਮ ਕਰਾਂਗੇ ਔਰ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਦੀ ਕਾਰਪੋਰੇਸ਼ਨ ਬਣਾਵਾਂਗੇ, ਜਿਹਦੇ ਨਾਲ ਇੱਕ ਤਾਂ ਬੇਰੁਜ਼ਗਾਰਾਂ ਨੂੰ ਨੌਕਰੀ ਮਿਲੂਗੀ, ਕਿਉਂਕਿ ਜਦੋਂ ਸਰਕਾਰੀ ਆਪਣੇ ਜਿਹੜੀ ਸ਼ਰਾਬ ਹੈ ਸਰਕਾਰੀ ਵਿਕੂਗੀ, ਉਹਦੇ ਨਾਲ ਤੁਸੀਂ ਇਹ ਦੇਖੋ ਕਿ ਜਿਹੜਾ ਮਾਲੀਆ ਇਕੱਠਾ ਹੋਣਾ ਹੈ ਉਹ ਕਈ ਆਪਣੇ 6000 ਕਰੋੜ ਨਹੀਂ, ਲਗਭਗ 18000 ਕਰੋੜ ਰੁਪਇਆ ਪੰਜਾਬ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਣਾ। ਔਰ ਸਾਡੀ ਪਾਰਟੀ ਵੱਲੋਂ, ਅਮਨ ਅਰੋੜਾ ਜੀ ਵੱਲੋਂ
ਸਪੈਸ਼ਲ 2 ਵਾਰ ਵਿਧਾਨ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਏ ਆ ਜੀ। ਕਿ ਤੁਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਜਿਹੜੀ ਸਿਸਟਮ ਦੇ ਵਿੱਚ ਤੁਸੀਂ ਸ਼ਰਾਬ ਨੂੰ ਇਹਦੀ ਕਾਰਪੋਰੇਸ਼ਨ ਬਣਾਓਗੇ। ਉਸ ਟਾਈਮ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ। ਅੱਜ ਟੈਲੀਵਿਜ਼ਨ ਦੇ ਡਿਬੇਟ ਤੇ ਬੈਠ ਕੇ ਜ਼ਰੂਰ ਕਹਿ ਰਹੇ ਨੇ ਕਿ ਹਾਂਜੀ ਸਰਕਾਰ ਨੂੰ ਕਾਰਪੋਰੇਸ਼ਨ ਬਣਾ ਦੇਣੀ ਚਾਹੀਦੀ ਹੈ। ਜੋ ਸਿੱਧੂ ਸਾਹਿਬ ਨੇ ਕਿਹਾ, ਕਿਰਪਾ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਹੈ ਕਿ ਜਦੋਂ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਹਿੱਤ ਵਿੱਚ ਕੋਈ ਗੱਲ ਕਹਿੰਦੇ ਹੁੰਦੇ ਆ, ਉਸ ਸਮੇਂ ਵੀ ਸਾਡਾ ਸਾਥ ਦਿਆ ਕਰੋ। ठीक है, कॉर्पोरेशन बनानी चाहिए, सरकार ਨੂੰ कॉर्पोरेशन बनानी चाहिए। ਮੰਗ ਜੋ ਹੈ ਰੋੜੀ ਜੀ ਨੇ ਕੀਤੀ ਹੈ। ਫਿਲਹਾਲ ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕਾਂਗੇ ਔਰ ਆ ਰਹੇ ਹਾਂ ਬਰਾੜ ਸਾਹਿਬ, ਬ੍ਰੇਕ ਦੇ ਲਈ ਰੁਕਾਂਗੇ, ਬਿਲਕੁਲ ਬ੍ਰੇਕ ਦੇ ਲਈ ਰੁਕਾਂਗੇ ਔਰ ਬ੍ਰੇਕ ਤੋਂ ਬਾਅਦ ਫਿਰ ਤੋਂ ਜੁੜਾਂਗੇ। ਚਰਚਾ ਸਾਡੀ ਜਾਰੀ ਰਹੇਗੀ। ਦਰਸ਼ਕਾਂ ਨੂੰ ਜੋ ਪੁੱਛਿਆ ਗਿਆ ਸਵਾਲ ਹੈ ਉਹ ਦੱਸ ਦਈਏ, ਜਵਾਬ ਦਾ ਇੰਤਜ਼ਾਰ ਰਹੇਗਾ। ਸਵਾਲ ਤੁਹਾਡੀ ਟੀਵੀ ਸਕਰੀਨ ਤੇ ਹੈ, ਕੀ ਵਿੱਤੀ ਘਾਟੇ ਦੇ ਲਈ ਸਿਰਫ ਮੁੱਖ ਸਕੱਤਰ ਜ਼ਿੰਮੇਦਾਰ ਨੇ?
और वक्फे उपरंत दर्शकों का एक बार फिर तो मुद्दे की बात च स्वागत है। और जो सवाल विरोधी धिरां उठा रही ने वो सजावी तो असीं सवाल तुहाडी कचहरी च रखे है कि वित्ती घाटे लई सिर्फ ते सिर्फ मुख सकत्तर ही जिम्मेवार है। अपना जवाब तुसीं सानूं 5755 ते SMS करके भेज सकते हो। और तमाम मेहमान साडे नाल लगातार जुड़े हुए हैं और इस वेले साडे नाल जोगिंदर पाल होरां दी जगह हुण कांग्रेस तो नुमाइंदगी कर रहे हैं विधायक फतेह जंग सिंह बाजवा। बाजवा साहब इस्तकबाल है। मैं चाहूँगा कोई नवीं गल होर गल जिहड़ी है दर्शकों की कचहरी च रखी है क्योंकि पतनाला उत्थे दा उत्थे ही खड़ा है, सारे मांग ही करते पे है। गल जांच ते खड़ी हुई है, जांच करूगा तो करूगा कौन, करवाऊगा तो करवाऊगा कौन। मैं यही गल तुहाडे तो कल पुछी सी, मेरा सवाल ज्यों दी त्यों बरकरार है। नैक्सट स्टैप की है उन्हां सारे विधायकों का, उन्हां सारे वजीरां दा जिन्हां ने इस लीकर पॉलिसी का बायकॉट किया, रवैये का बायकॉट किया। उस तो बाद गल हुण धमकियां तक भी पहुंच गई है, दबाया भी जा रहा है कि चुप करके बह जाओ नहीं तुहाडे खिलाफ परचे खिलवा दिते जाणगे। जे मंत्री दी कोई सुनवाई नहीं, मंत्री खिलाफ परचे खुल सकते हैं, आम बंदे दी जान माल दी राखी कौन करेगा? बहुत बड़ा सवाल है। नवजोत जी, मैं पहली गल तो कहना चाहना भी सानू बिल्कुल पैटी पॉलिटिक्स दे विच नहीं पैना चाहिए। त्रिपत रजिंदर सिंह जी बाजवा साडी कैबिनेट दे बड़े सीनियर मैंबर ने, बड़ी उन्हां दी इज्जत है। पर जेकर जिस तरीके नाल चन्नी जी ने गल की है भी उन्होंने धमकी दी गई है, तो मैं समझना भी इस तो माड़ी मदभागी इस किस्म ना एक कुलीग मिनिस्टर नूं थ्रैटन करना, ये साडी पार्टी जिहड़ी कांग्रेस पार्टी है इत्थे सारियां दा सत्कार बराबर दा है। और खास करके जिहड़े मेरे दलित वीर ने त्रिपत रजिंदर सिंह जी बाजवा, इन्हां चन्नी साहब जो CLP दे लीडर सी, इन्हां थल्ले एक MLA दे तौर ते भी रहे ने, तो उन्हां दी क्यों इस किस्म नाल उन्हां नूं धमकी दित्ती गई, ये गल तां त्रिपत रजिंदर सिंह बाजवा ही दसणगे। पर चन्नी जी ने जिद्दां अज गल कीती है, मैं उन्हां दी हुणे सुन रहा सी टीवी ते बाई भी उन्हां कहा भी मैं चमकौर साहब दी धरती दे उत्ते जिथे साडे सिंह शहीद होए ने, मैं उन्हां दी कसम खा के कहना भी मेरे नाल इह वतीरा होया है। ते फिर जे इस किस्म दा वतीरा होया ते त्रिपत रजिंदर सिंह जी बाजवा नूं चन्नी साहब कोल माफी मंगनी पैगी, क्योंकि ये गल पार्टी हाई कमांड को दिल्ली पहुंच चुकी है, सुनील जाखड़ जी दे ध्यान च लिया दी गई है, कैप्टन साहब दे ध्यान च भी आ गई है। और मैं समझना असी ते एक गल दी मंग कीती है भी जेड़ा चीफ सैकटरी साहब नूं जेड़ा उन्हां नूं हटा दिता गया ठीक है, पर जेकर एक्साइज दे विच कोई घाटा पिया पंजाब नूं और ये पब्लिक डोमेन दे विच चीज आ गई है, ते वो चीफ मिनिस्टर साहब खुद आप इस लायक ने भी इंक्वायरी नूं मार कर लैन, ताकि साडे ते वेखो, मैं मेरे वीर चरणजीत सिंह जी अकाली दल तो गल कर रहे सीगे भी जी इन्ना घाटा पै गया, इन्ना ये हो गया। मैं पूछना चाहना भी 10 साल अकाली दल दे विच सरदार बिक्रमजीत सिंह मजीठे कोल सारियां कंपनियां दे L1 सी, सारियां कंपनियां दे, और उस L1 दे उत्ते जिन्नी इन्हां ने लुट कीती, जिन्ना इन्हां ने एक्साइज नूं चूना लाया। बाजवा साहब मेरी गल सुन लो, मैं गल कर रहा बराड़ साहब तो सवाल जेड़ा है वो दूजा ले लांगे। एक मेरा सवाल है जी, ਤੁਹਾਨੂੰ ਇਸ डिबेट ਦੇ ਵਿੱਚ ਸ਼ਾਮਿਲ ਕਰਨ ਦਾ ਇੱਕ ਸਵਾਲ ਹੈ। मेरा एक सवाल ले लो, उसके बाद इन्हें जारी रखांगे। ਤੁਹਾਨੂੰ इस डिबेट 'ਚ ਇਸ ਲਈ ਸ਼ਾਮਿਲ ਕੀਤਾ ਗਿਆ ਹੈ क्योंकि ਅੱਜ जो ਪ੍ਰੈਸ ਕਾਨਫਰੰਸ ਹੋਈ ਸੀ ਰਜਿੰਦਰ ਸਿੰਘ ਬਾਜਵਾ ਦੀ, ਉਹਨਾਂ ਦਾ ਕਹਿਣਾ ਸੀ ਕਿ ਚੰਨੀ ਤੇ ਖੁਦ ਬੋਲ ਨਹੀਂ ਰਹੇ ਆ, ਜੋ ਵਿਸਲ ਬਲੋਅਰ ਸੀਗੇ ਤੁਹਾਡੇ MLA ਜਿਹਦੀ ਸਭ ਨੂੰ ਪਤਾ ਤੁਹਾਡੇ ਨਾਲ ਨਜ਼ਦੀਕੀਆਂ ਨੇ, ਉਹਨਾਂ ਦਾ ਕਹਿਣਾ ਸੀ ਵੀ ਇਹ ਤੇ ਸਾਰੀ ਸਾਡੀ ਕਾਦੀਆਂ ਦੀ ਰਾਜਨੀਤੀ ਹੈ। ਕਾਦੀਆਂ 'ਚ ਸਭ ਨੂੰ ਪਤਾ ਕਿ ਦੋਨੋਂ ਬਾਜਵਾ ਪਰਿਵਾਰ ਜਿਹੜੇ ਆ ਉਹਨਾਂ ਦੀ ਲੰਬੀ ਰਿਵੈਲਰੀ ਆ, ਔਰ ਸ਼ਾਮ ਹੁੰਦੇ ਹੁੰਦੇ ਜਦ ਤੱਕ ਚਰਨਜੀਤ ਚੰਨੀ ਬਾਹਰ ਨਹੀਂ ਆਏ ਸੀ, ਉਹ ਇੱਕ ਤਰ੍ਹਾਂ ਉਹਨਾਂ ਦਾ ਜਿਹੜਾ ਪੁਆਇੰਟ ਸੀਗਾ ਕਿ ਇਹ ਤੁਸੀਂ ਬੁਲਵਾ ਰਹੇ ਉਹਨਾਂ ਤੋਂ, ਉਹ ਤੇ ਗਨੀਮਤ ਇਹ ਰਹੀ ਕਿ ਸ਼ਾਮ ਤੱਕ ਉਹ ਬਾਹਰ ਆ ਗਏ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? देखो जी, चरणजीत सिंह जी चन्नी बड़े सीनियर कैबिनेट मिनिस्टर ने, वो साडे आखे क्यों करनगे? और ਇਹਦੇ ਵਿੱਚ ਕਾਦੀਆਂ ਦੀ ਸਿਆਸਤ ਕਿੱਥੋਂ ਆ ਗਈ?
ਮੈਂ ਤੇ ਆਪ ਕਹਿੰਦਾ ਵੀ ਅਸੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਬੜੀ ਇੱਜ਼ਤ ਕਰਦੇ ਹਾਂ। ਉਹ ਵੱਖਰੀ ਗੱਲ ਹੈ ਵੀ ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਬਜ਼ੁਰਗਾਂ ਨੂੰ 3 ਵਾਰ ਇਲੈਕਸ਼ਨ ਹਰਾਈ। ਉਹ ਇੱਕ ਗੱਲ ਮੈਂ ਮੰਨ ਸਕਦਾ ਵੀ ਇੱਕ ਪੋਲੀਟੀਕਲ ਰਾਈਵਲਰੀ ਹੋਏਗੀ। ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਨੂੰ ਇਹ ਸੋਚਣਾ ਚਾਹੀਦਾ ਆਪਣੀ ਪੀੜੀ ਥੱਲੇ ਸੋਟਾ ਫੇਰਨ। ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਇਕੱਲੇ ਹੀ ਨੇ ਔਰ ਇਹ ਦਿਨੋਂ ਦਿਨ ਕਦੀ ਇਹ ਬਟਾਲੇ ਦੇ ਵਿੱਚ ਜਾ ਕੇ ਉੱਥੇ ਪੰਗਾ ਕ੍ਰੀਏਟ ਕਰਦੇ ਨੇ। ਸਾਡੇ ਉੱਥੋਂ ਦੇ ਜਿਹੜੇ ਆਪਣਾ ਹਾਰੇ ਹੋਏ ਐਮਐਲਏ ਨੈਸ਼ਨਲ ਸੇਖੜੀ ਜੀ ਕਦੀ ਕਿਸੇ ਨੇ ਕਦੀ ਕਿਸੇ ਨਾਲ। ਇਹ ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਜਦੋਂ ਆਪਣੇ ਹਦੂਦ ਤੋਂ ਬਾਹਰ ਆਉਂਦੇ ਆ ਤੇ ਉਹ ਨੈਚੁਰਲ ਉਹ ਚੀਜ਼ਾਂ ਫਿਰ ਉੱਭਰਦੀਆਂ ਨੇ। ਅਸੀਂ ਤੇ ਕੋਈ ਗੱਲ ਨਹੀਂ ਕਹੀ। ਚੰਨੀ ਹੁਰੀ ਸਾਡੇ ਆਖਿਰ ਸਾਡੀ ਕੋਈ ਚਾਬੀ ਤੇ ਨਹੀਂ ਕੰਮ ਕਰਦੇ। ਉਹ ਆਪ ਬਹੁਤ ਸੀਨੀਅਰ ਲੀਡਰ ਨੇ। ਇਹ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਆਪਣੇ ਇਸ ਗੱਲ ਨੂੰ ਲੁਕਾਉਣ ਦੇ ਲਈ ਇਸ ਕਿਸਮ ਦੀ ਸਿਆਸਤ ਕਰ ਰਹੇ ਨੇ। ਉਹਨਾਂ ਦਾ ਆਪਣਾ ਕਸੂਰ ਹੈ। ਉਹਨਾਂ ਨੂੰ ਇਹ ਆ ਵੀ ਸਾਨੂੰ ਮਾਫੀ ਮੰਗਣੀ ਪਏਗੀ, ਮਾਫੀ ਮੰਗਣੀ ਚਾਹੀਦੀ ਹੈ। ਮੈਂ ਤੇ ਇਹ ਗੱਲ ਕਰਨਾ ਵੀ ਜੇ ਇੱਕ ਮਿਨਿਸਟਰ ਆਪਣੇ ਕੁਲੀਗ ਨੂੰ ਇਸ ਤਰ੍ਹਾਂ ਥ੍ਰੈਟ ਕਰਦਾ ਹੈ ਪਾਰਟੀ ਉਸ ਨੂੰ ਸਰ ਉਹ ਜਿਹੜਾ ਥ੍ਰੈਟ ਕੀਤਾ ਹੈ ਬਾਜਵਾ ਸਾਹਿਬ, ਜਿਹੜਾ ਉਹ ਥ੍ਰੈਟ ਕੀਤਾ ਹੈ, ਉਸ ਥ੍ਰੈਟ ਦੇ ਵਿੱਚ ਉਹਨਾਂ ਨੇ ਇੱਕ ਧਮਕੀ ਜੋ ਦਿੱਤੀ ਹੈ, ਉਹ ਕਹਿ ਰਹੇ ਨੇ ਕਿ ਪੁਰਾਣੇ ਪਰਚੇ ਖੁਲਵਾ ਦੇਾਂਗੇ। ਉਹ ਕਿਹੜੇ ਕੇਸ ਨੇ? ਕਿੰਨਾ ਕੇਸਾਂ ਦੀ ਗੱਲ ਕਰਦੇ ਆ? ਕਿੱਦਾਂ ਦੀ ਪੋਲ ਖੋਲਣ ਦੀ ਉਹ ਗੱਲ ਕਰ ਰਹੇ ਨੇ? ਮੇਰੀ ਇੱਕ ਗੱਲ ਦੱਸੋ ਵੀ ਚੰਨੀ ਜੀ ਤੇ ਕਿਹੜੇ ਪੁਰਾਣੇ ਪਰਚੇ ਨੇ? ਕੋਈ ਇਹ ਤੇ ਇੱਕ ਥ੍ਰੈਟ ਦੇਣ ਦਾ ਤਰੀਕਾ ਕਾਰ ਹੈ ਵੀ ਤੁਹਾਡੇ ਤੇ ਪਰਚੇ ਬਣਾ ਦਾਂਗੇ, ਤੁਹਾਡੇ ਤੇ ਇਹ ਕਰ ਦਾਂਗੇ। ਤੁਹਾਡੇ ਦੇਖੋ ਕਿਸੇ ਨੂੰ ਇੱਕ ਕੈਬਨਿਟ ਕੁਲੀਗ ਨੂੰ ਇਦਾਂ ਕਹਿਣਾ ਬਹੁਤ ਮੰਦਭਾਗੀ ਚੀਜ਼ ਹੈ। ਚੰਨੀ ਜੀ ਦੇ ਕੋਈ ਇਹੋ ਜਿਹਾ ਪਿਛੋਕੜ ਤੁਸੀਂ ਵੇਖ ਲਓ। ਮੇਰਾ ਨਹੀਂ ਖਿਆਲ ਚਰਨਜੀਤ ਸਿੰਘ ਚੰਨੀ ਦੇ ਕੋਈ ਇਹੋ ਜਿਹਾ ਪਰਚਾ ਹੈ। ਇੱਕ ਗੱਲ ਦੀ ਕਲੈਰਿਟੀ ਇਸ ਗੱਲ ਨਾਲ ਜ਼ਰੂਰ ਹੋਗੀ ਕਿ ਸਾਡੀ ਪੋਲਿਟਿਕਸ ਦੇ ਵਿੱਚ ਇਹ ਜ਼ਰੂਰ ਚੱਲਦਾ ਜੇ ਕਿਸੇ ਨੂੰ ਦਬਾਉਣਾ ਤਾਂ ਪਰਚਾ ਕਰ ਦੋ। ਪਰਚਾ ਪੋਲਿਟਿਕਸ ਬਹੁਤ ਭਾਰੀ ਹੈ। ਚਰਨਜੀਤ ਬਰਾੜ ਹੋਰੀ ਕਾਫੀ ਦੇਰ ਤੋਂ ਕੁਝ ਕਹਿਣਾ ਚਾਹ ਰਹੇ ਆ। ਮੈਂ ਤੇ ਆਪ ਕਹਿੰਦਾ ਬੜੀ ਮੰਦਭਾਗੀ ਹੈ ਜੇ ਇਹ ਤ੍ਰਿਪਤ ਰਜਿੰਦਰ ਸਿੰਘ ਹੋਰਾਂ ਕਹੀ ਹੈ ਤੇ ਇਹਨਾਂ ਤੇ ਐਕਸ਼ਨ ਆਉਣਾ ਚਾਹੀਦਾ ਹੈ। ਬਿਲਕੁਲ ਮੈਂ ਬਰਾੜ ਸਾਹਿਬ ਹੋਰਾਂ ਨਾਲ ਜੁੜੂੰਗਾ। ਬਰਾੜ ਸਾਹਿਬ ਹੋਰੀ ਕੁਝ ਕਹਿ ਰਹੇ ਆ। ਬਰਾੜ ਸਾਹਿਬ ਤੁਸੀਂ ਆਪਣੀ ਗੱਲ ਰੱਖ ਲਿਓ। ਸਵਾਲ ਇਹ ਹੈ ਕਿ ਮੁੜ ਤੋਂ ਗਾਜ ਉਹੀ 10 ਸਾਲਾਂ ਤੇ ਆ ਕੇ ਡਿੱਗਦੀ ਹੈ। ਕੱਲ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਕਹਿ ਰਹੇ ਸੀ, ਫਤਿਹ ਜੰਗ ਬਾਜਵਾ ਹੋਰੀ ਵੀ ਕਹਿ ਰਹੇ। ਇਹ ਤੋਂ ਪਹਿਲਾਂ ਜੋਗਿੰਦਰਪਾਲ ਜੀ ਤੁਹਾਡੇ ਸਾਹਮਣੇ ਸਵਾਲ ਰੱਖ ਗਏ ਆ ਕਿ ਇਹਨਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਇਹਨਾਂ ਨੇ ਕਿਵੇਂ ਚੂਨੇ ਲਾਏ ਆ? ਦੇਖੋ ਮੇਰੀ ਇੱਕ ਬੇਨਤੀ ਹੈ, ਇਹਨਾਂ ਨੇ ਬਹੁਤ ਰੌਲਾ ਪਾਇਆ। ਪਹਿਲੀ ਗੱਲ ਤਾਂ ਮੇਰੀ ਇੱਕ ਬੇਨਤੀ ਹੈ ਕਿ ਜੇ ਕੋਈ ਗਲਤ ਹੋਇਆ ਸੀ ਤੇ 3.5 ਸਾਲ ਕਿਉਂ ਟੱਪ ਗਏ? ਇਹਨਾਂ ਨੇ ਕੋਈ ਨਹੀਂ ਇਨਕੁਆਇਰੀ ਕੀਤੀ। ਇੱਕ ਮਿੰਟ ਲਾ ਕੇ ਸਬਰ ਨਾਲ ਸੁਣ ਲਿਓ ਕਿ 2001-2 ਦੇ ਵਿੱਚ ਜਦੋਂ ਕੈਪਟਨ ਸਾਹਿਬ ਨੂੰ ਪਿਛਲੀ ਸਰਕਾਰ ਫੜਾਈ ਹੈ 1351 ਕਰੋੜ ਦਾ ਰੈਵਨਿਊ ਸੀ ਸਾਡੇ ਵੇਲੇ। ਜਦੋਂ 2002 ਦੇ ਵਿੱਚ ਕੈਪਟਨ ਸਾਹਿਬ ਨੇ ਸਰਕਾਰ ਫੜੀ ਹੈ ਔਰ 2007 ਦੇ ਵਿੱਚ ਛੱਡੀ ਹੈ ਤੇ 1363 ਤੇ ਛੱਡ ਗਏ। ਮਤਲਬ ਕੁੱਲ 12 ਕਰੋੜ ਦਾ ਇਜ਼ਾਫਾ 5 ਸਾਲਾਂ ਦੇ ਵਿੱਚ ਦਿੱਤਾ। ਜੋ ਲੁੱਟ ਖਸੁੱਟ ਉਸ ਵੇਲੇ ਪੌਂਟੀ ਚੱਡੇ ਨੂੰ ਲਿਆ ਕੇ ਕੀਤੀ, ਜੋ ਕੁਝ ਹੋਇਆ, ਬੀਬੀ ਭੱਠਲ ਨੇ ਧਰਨੇ ਲਾਏ, ਕੋਈ ਕੀ ਕੁਝ ਕੀਤਾ, ਫਤਿਹ ਜੰਗ ਜੀ ਤੇ ਸਾਰੇ ਪ੍ਰਤਾਪ ਸਿੰਘ ਬਾਜਵਾ ਹੋਰੀ ਸਾਰੇ ਸੀਗੇ। ਤਾਂ ਇਹ ਸਾਰਾ ਕੁਝ ਉਦੋਂ ਵਾਪਰਿਆ ਸੀ ਤੇ ਕੁੱਲ 12 ਕਰੋੜ ਦੀ ਵਾਧਾ ਜਿਹੜਾ 5 ਸਾਲਾਂ 'ਚ ਦਿੱਤਾ ਸੀ। ਇਹ ਸਾਨੂੰ 10 ਸਾਲਾਂ ਦਾ ਕਹਿੰਦੇ ਰਹਿੰਦੇ ਆ। ਮੈਂ ਇੱਕ ਬੇਨਤੀ ਕਰਦੇ ਇਹਨਾਂ ਨੂੰ ਯਾਦ ਕਰਾ ਦਿਆਂ ਕਿ 5 ਸਾਲ ਬਾਅਦ ਫੇਰ ਹਰਾ ਕੇ ਫੇਰ ਅਗਲੇ 5 ਸਾਲ ਲਏ ਸੀ ਇੱਕ। ਤੇ ਇਹਨਾਂ 10 ਸਾਲਾਂ 'ਚ ਸਾਡੀ ਸਰਕਾਰ ਨੇ ਕਿੰਨਾ ਇਜ਼ਾਫਾ ਕੀਤਾ? 1363 ਤੋਂ ਚੱਕ ਕੇ 5200 ਕਰੋੜ ਤੱਕ 3481 ਕਰੋੜ ਦਾ ਵਾਅਦਾ ਦਿੱਤਾ। 3481 ਕਰੋੜ ਦਾ। ਹੁਣ ਜੇ 3481 ਕਰੋੜ ਅਸੀਂ 10 ਸਾਲਾਂ 'ਚ ਵਧਾਇਆ ਖਜ਼ਾਨੇ 'ਚ, ਮਾਫੀਆ ਇਹ ਹੋਏ ਕਿ ਅਸੀਂ ਹੋਏ? ਜਦੋਂ ਦੇ ਇਹ 3 ਸਾਲਾਂ ਦੇ ਆਏ ਆ ਉਦੋਂ ਦਾ ਫਿਰ ਜਿਹੜਾ ਰੈਵਨਿਊ ਆ ਉਹ ਥੱਲੇ ਡਿੱਗ ਰਿਹਾ। ਪਟਿਆਲੇ ਦੇ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਨਜਾਇਜ਼ ਫੈਕਟਰੀ ਫੜੀ ਗਈ ਸ਼ਰਾਬ ਦੀ, ਖੰਨੇ 'ਚ ਫੜੀ ਗਈ, ਹੋਰ ਪਤਾ ਨਹੀਂ ਕਿੱਥੇ ਕਿੱਥੇ ਫੜੀ ਗਈ। ਜਿੰਨਾ ਚਿਰ ਲਾਕਡਾਊਨ ਨੂੰ ਹੋ ਗਏ ਟਰੱਕਾਂ ਦੇ ਟਰੱਕ ਸ਼ਰਾਬ ਦੇ ਜਿਹੜੇ ਆ ਉਹ ਫੈਕਟਰੀਆਂ ਦੇ ਵਿੱਚੋਂ ਜਾਂਦੇ ਰਹੇ ਆ। ਇਹ ਅਸੀਂ ਨਹੀਂ ਕਹਿੰਦੇ, ਕਾਂਗਰਸੀਆਂ ਦੇ ਐਮਐਲਏ ਤੇ ਮੰਤਰੀ ਕਹਿੰਦੇ ਆ। ਸਵਾਲ ਇਹ ਆ ਕਿ ਮੇਨ ਮੁੱਦੇ ਤੋਂ ਜੇ ਭੜਕ ਜਾਾਂਗੇ ਆਪਾਂ, ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਜਦੋਂ ਆਪਦੇ ਤੇ ਗੱਲ ਆਉਂਦੀ ਉਦੋਂ ਸਾਡੇ ਕਿਸੇ ਨਾ ਕਿਸੇ ਤੇ ਐਲੀਗੇਸ਼ਨ ਲਾਉਂਦੇ ਆ। ਮੇਰੀ ਇਹ ਬੇਨਤੀ ਹੈ ਕਿ ਅੱਜ ਮੇਨ ਮੁੱਦਾ ਹੈਗਾ, ਇੱਕ ਤਾਂ ਮੇਰੀ ਬੇਨਤੀ ਹੈ ਚੰਨੀ ਸਾਹਿਬ ਨੂੰ ਕਿ ਕੱਲ ਨੂੰ ਇਹ ਨਾ ਹੋਵੇ ਜਿਵੇਂ ਪਹਿਲਾਂ 40 ਐਮਐਲਏ ਇਕੱਠੇ ਕਿਸੇ ਗੱਲ ਤੇ ਹੋਏ ਤੇ ਅੱਜ ਫੇਰ ਵਿਰਜੋ। ਜਿਹੜੀ ਧਮਕੀ ਤੁਹਾਨੂੰ ਦਿੱਤੀ ਹੈ ਉਹ ਜਨਤਕ ਕਰੋ ਕਿ ਕਿਹੜੇ ਪਰਚੇ ਦੀ ਦਿੱਤੀ ਹੈ। ਬਿਲਕੁਲ। ਔਰ ਜੇ ਧਮਕੀ ਦਿੱਤੀ ਹੈ ਤਾਂ ਤੁਹਾਡਾ ਕੁਲੀਗ ਹੈ, ਤੁਹਾਡੇ ਤੋਂ ਤਕੜਾ ਨਹੀਂ ਹੋ ਸਕਦਾ। ਤਾਂ ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਬਿਲਕੁਲ, ਦੁੱਧ ਦਾ ਦੁੱਧ। ਸਰਦਾਰ ਮਨਪ੍ਰੀਤ ਸਿੰਘ ਬਾਦਲ ਚੀਫ ਸੈਕਟਰੀ ਨਾਲ ਨਹੀਂ ਬੈਠਣਗੇ ਮੀਟਿੰਗ ਦੇ ਵਿੱਚ? ਜੀ ਇਹ ਸਾਰੇ ਸਵਾਲ ਜਵਾਬ ਉਹ ਜਿਉਂਦੀ ਤਿਉਂ ਖੜੇ ਆ। ਇੱਕ ਗੱਲ ਮੈਂ ਰੋੜੀ ਸਾਹਿਬ ਦੀ ਦਾ ਜਵਾਬ ਦੇ ਜਾਂ ਪਿਛਲੀ ਚ ਰਹਿ ਗਿਆ। ਇਹਨਾਂ ਨੇ ਕਿਹਾ ਕਾਰਪੋਰੇਸ਼ਨ ਬਿਆਨ ਦਾ ਬਿੱਲ ਲਿਆਂਦਾ ਸੀ, ਦਿੱਲੀ ਦੀ ਗੱਲ ਵੀ ਇਹਨਾਂ ਨੇ ਕੀਤੀ ਸੀ। ਮੈਂ ਪੁੱਛਦਾ ਵੀ ਦਿੱਲੀ ਦੇ ਵਿੱਚ ਕੀ ਕਾਰਪੋਰੇਸ਼ਨ ਤੁਸੀਂ ਬਣਾਈ
ਸ਼ਰਾਬ ਦੀ ਜੇ ਇੱਥੇ ਸਰਕਾਰ ਦੇ ਖਿਲਾਫ ਰੌਲਾ ਪੈਂਦਾ, ਸਭ ਤੋਂ ਪਹਿਲਾਂ ਦਿੱਲੀ ਵਾਲੀ ਸਰਕਾਰ ਨੇ ਵੀ ਵੇਚਣੀ ਸ਼ੁਰੂ ਕੀਤੀ ਸੀ। ਪਰ ਇਸ ਗੱਲ ਤੇ ਮੇਰਾ ਖਿਆਲ ਹੈ ਕਿ ਤੁਸੀਂ ਤੇ ਅਸੀਂ ਇਕੱਠੇ ਹੋਈਏ, ਬਿਜਲੀ ਦੇ ਬਿੱਲ ਇਹਨਾਂ ਤੋਂ ਮਾਫ ਕਰਾਈਏ, ਰਾਸ਼ਨ ਵੰਡਵਾਈਏ, ਲੇਬਰ ਨੂੰ ਕਿਉਂ ਨਹੀਂ ਸੰਭਾਲਦੀ ਸਰਕਾਰ, ਔਰ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਸਰਕਾਰ ਜਿੰਨਾ ਚਿਰ ਮਾਰਕ ਨਹੀਂ ਕਰਦੀ ਉਹਨਾਂ ਚਿਰ ਮੇਰੇ ਖਿਆਲ ਹੈ ਕਿ ਸਾਰੀ ਆਪੋਜੀਸ਼ਨ ਨੂੰ ਤੇ ਸਣੇ ਜਿਹੜੇ ਐਮਐਲਏ ਤੁਰੇ ਨੇ, ਸਣੇ ਚੰਨੀ ਸਾਹਿਬ ਵਰਗੇ ਸਾਰੇ ਵਜ਼ੀਰ ਸਾਰੇ ਇਕੱਠੇ ਹੋ ਕੇ ਇਨਕੁਆਇਰੀ ਮਾਰਕ ਹੋਣੀ ਚਾਹੀਦੀ ਹੈ। ठीक है रोड़ी साहब थोड़े कोल मैं आऊंगी और चरणजीत सिंह चन्नी जी ने जो सवाल थोड़े कोलों कीता है थोड़े कोलों जवाब मैं चाहूंगी, लेकिन चन्नी सर एक सवाल मेरा भी है सर, वित्ती घाटे नूं लेके जिम्मेदार कौन? कोई कह रहा है कि सीबीआई जांच होनी चाहिए, कोई कह रहा है कि रिटायर्ड जज तो जांच होनी चाहिए, कोई कहते सिटिंग जज तो जांच होनी चाहिए। सर पंजाब दे विच बहुत सारे अजिहे मामले ने जिन्हां दी ऑलरेडी इंक्वायरी हो चुकी है, उन्हां दा की होया पंजाब दी जनता ये जानना चाहती है और सब जानते हैं कि किसी को हाले तक इंसाफ मिलिया नहीं है। कि लगता है कि ये इंक्वायरी सच सामने लियाएगी? देखो गगन जी, ਤੁਸੀਂ ਡਿਬੇਟ ਜਿਹੜੀ ਹੋਈ ਆਪਣੀ ਅੱਜ ਦੀ ਦੇਖ ਲਓ ਭਾਵੇਂ ਪਿਛਲੀ ਦੇਖ ਲਓ ਜੀ, ਇਹਦੇ ਵਿੱਚ ਇੱਕ ਗੱਲ ਬੜੀ ਨਿਕਲ ਕੇ ਸਾਹਮਣੇ ਆਂਦੀ ਹੁੰਦੀ ਹੈ ਕਿ ਕਾਂਗਰਸ ਵਾਲੇ ਜਿਹੜੇ ਆ ਉਹ ਅਕਾਲੀ ਦਲ ਤੇ ਬਲੇਮ ਲਗਾ ਦਿੰਦੇ ਤੇ ਅਕਾਲੀ ਦਲ ਜਿਹੜਾ ਆ ਉਹ ਕਾਂਗਰਸ ਤੇ ਲਗਾ ਦਿੰਦਾ। ਪਰ ਜਦੋਂ ਕਿਤੇ ਵਿਧਾਨ ਸਭਾ ਦੇ ਵਿੱਚ ਗੱਲ ਆਉਂਦੀ ਉੱਥੇ ਕਾਂਗਰਸ ਤੇ ਅਕਾਲੀ ਦਲ ਇੱਕ ਹੋ ਜਾਂਦਾ। ਜਿਵੇਂ ਕਿ ਹੁਣ ਮੈਂ ਤੁਹਾਨੂੰ ਪ੍ਰਾਈਵੇਟ ਮੈਂਬਰ ਬਿੱਲ ਦੀ ਗੱਲ ਕੀਤੀ ਹੈ, ਬਿਲਕੁਲ ਗਲਤ ਗੱਲ ਹੈ। ਮੈਂ ਤੁਹਾਡੀ ਗਲਤ ਕਰੋ, ਗਲਤ ਗੱਲ ਨਾ ਕਰੋ, ਤੁਸੀਂ ਤੇ ਇਹ ਇਕੱਠੇ ਹੁੰਨੇ ਆ, ਗਲਤ ਗੱਲ ਨਾ ਕਰੋ। ਬਰਾੜ ਸਾਹਿਬ ਆ ਰਹੇ ਹਨ, ਮੇਰੀ ਗੱਲ ਸੁਣੀਏ ਪੂਰੀ। ਮੈਂ ਨਾ ਬਰਾੜ ਸਾਹਿਬ ਦੀ ਗਿਆਨ ਦੇ ਵਿੱਚ ਵਾਧਾ ਕਰਨਾ ਚਾਹੁੰਦਾ। ਬਰਾੜ ਸਾਹਿਬ ਦਿੱਲੀ ਦੇ ਵਿੱਚ ਜਿਹੜੀ ਸ਼ਰਾਬ ਉਹ ਸਰਕਾਰੀ ਹੈ ਔਰ ਉੱਥੇ ਕਾਰਪੋਰੇਸ਼ਨ ਬਣੀ ਹੋਈ ਹੈ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਸਟੱਡੀ ਕਰ ਲਿਓ। ਸਾਡੇ ਜਿਹੜੇ ਅਸੀਂ ਉੱਥੇ ਸਾਡੀ ਆਮਦਨ ਹੈ ਉੱਥੋਂ ਦੀ ਦੇਖੋ, ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਤਾਮਿਲਨਾਡੂ ਦੀ ਗੱਲ ਕਰਦੇ ਨੇ ਕਿ ਉੱਥੇ ਪੰਜਾਬ ਦੇ ਆਪਣੇ ਜਿਹੜੀ ਤਾਮਿਲਨਾਡੂ ਦੀ ਸਰਕਾਰ ਉਹਦੀ ਆਮਦਨ ਵਿੱਚ ਵਾਧਾ ਹੋਇਆ ਸ਼ਰਾਬ ਦੀ ਦਾ, ਔਰ ਇਹਦੇ ਨਾਲ ਦਿੱਲੀ ਸਰਕਾਰ ਦੀ ਵੀ ਆਪਣੀ ਆਪਣੇ ਲੋਕਾਂ ਨੂੰ ਸਲਾਹ ਦਿੰਦੇ ਨੇ। ਉਹਦੀ ਤਰਜ਼ ਤੇ ਕਹਿੰਦੇ ਨੇ ਕਿ ਜਿੱਥੇ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਬਣਨੀ ਚਾਹੀਦੀ ਜਿਵੇਂ ਉੱਥੇ ਬਣੀ ਹੋਈ ਹੈ। ਤੁਸੀਂ ਥੋੜਾ ਸਟੱਡੀ ਜ਼ਰੂਰ ਕਰ ਲਿਆ ਕਰੋ। ਵੈਸੇ ਤੁਸੀਂ ਕਾਫੀ ਕਰਦੇ ਰਹਿੰਦੇ ਹੋ ਪਰ ਫਿਰ ਵੀ ਕਿਤੇ ਨਾ ਕਿਤੇ ਬੰਦੇ ਚਲੋ ਕੋਈ ਭੁੱਲ ਹੋ ਜਾਂਦੀ ਹੈ। ਔਰ ਮੈਂ ਨਾ ਫਤਿਹ ਸਿੰਘ ਬਾਜਵਾ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਬਾਜਵਾ ਸਾਹਿਬ ਦੇਖੋ ਇਹ ਤੁਹਾਨੂੰ ਬਾਰ-ਬਾਰ ਕਹਿੰਦੇ ਨੇ, ਔਰ ਬਰਾੜ ਸਾਹਿਬ ਨੇ ਇੱਕ ਗੱਲ ਬੜੀ ਜ਼ੋਰ ਦੇ ਕੇ ਕਹੀ ਕਿ ਕਿਸੇ ਮੁੱਦੇ ਦੇ ਉੱਪਰ 40 ਐਮਐਲਏ ਇਕੱਠੇ ਹੋਏ ਸੀਗੇ ਔਰ ਉਹਨਾਂ ਦੀ ਸੁਣੀ ਨਹੀਂ ਗਈ। ਬਰਾੜ ਸਾਹਿਬ ਉਹ ਵੀ ਦੱਸ ਦਿਓ ਕਿ ਕਿਸ ਮੁੱਦੇ ਦੇ ਉੱਪਰ ਇਕੱਠੇ ਹੋਏ ਸੀ 40 ਐਮਐਲਏ। ਇਸੇ ਗੱਲ ਦਾ ਤਾਂ ਦੁਖਾਂਤ ਆ ਪੰਜਾਬ ਦੇ ਵਿੱਚ ਕਿ ਜਦੋਂ ਕੋਈ ਇਕੱਠੇ ਹੁੰਦੇ ਨੇ ਕੋਈ ਮੰਗ ਕਰਦੇ ਨੇ ਉਹ ਕੈਪਟਨ ਸਾਹਿਬ ਨਾਲ ਰਲੇ ਹੋਏ ਨੇ, ਉਹ ਨਾ ਥਲੇ ਮੰਤਰੀਆਂ ਦੀ ਸੁਣਦੇ ਨੇ ਨਾ ਐਮਐਲਏਆਂ ਦੀ ਸੁਣਦੇ ਨੇ। ਕੀ ਸਾਠ ਕਾਂਠਾ ਕੀ ਮਿਲੀ ਭੁਗਤਾ ਸਾਹਮਣੇ ਗੱਲ ਜ਼ਰੂਰ ਆਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਹੋ ਸਕੇ। ਤੁਸੀਂ ਮੈਨੂੰ ਪੁੱਛੋ ਕਿ ਵਿੱਤੀ ਘਾਟੇ ਦਾ ਨੁਕਸਾਨ ਕਿਉਂ ਹੈ? ਦੇਖੋ ਅੱਜ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਪ੍ਰਾਈਵੇਟ ਬਿਜਲੀ ਥਰਮਲ ਪਲਾਂਟਾਂ ਦੇ ਨਾਲ ਜਿਹੜੇ 10 ਸਾਲਾਂ ਦੇ ਵਿੱਚ ਪਿਛਲੀ ਸਰਕਾਰ ਸਮਝੌਤੇ ਕਰ ਗਈ ਸੀ, ਕਿਉਂਕਿ ਹੁਣ ਵੀ ਕੈਪਟਨ ਸਾਹਿਬ ਨੇ ਚਿੱਠੀ ਲਿਖੀ ਸੈਂਟਰ ਨੂੰ ਕਿ ਅਸੀਂ ਇਸ 1.5 ਮਹੀਨੇ ਦੇ ਵਿੱਚ ਕੋਈ ਬਿਜਲੀ ਨਹੀਂ ਖਰੀਦੀ ਉਹਨਾਂ ਥਰਮਲ ਪਲਾਂਟਾਂ ਤੋਂ, ਪਰ ਸਾਨੂੰ ਫਿਰ ਵੀ 500 ਕਰੋੜ ਰੁਪਇਆ ਪਿਛਲੀ ਸਰਕਾਰ ਦੀ ਨਾਕਾਮੀ ਦੇ ਕਾਰਨ ਸਾਨੂੰ ਦੇਣਾ ਪੈਣਾ ਕਿ ਮਾਫ ਕਰ ਦਿਓ। पर भाजपा की सरकार ने बांधी पंजाब की बात फिर नहीं पड़ी। रोड़ी साहब माफ करना, टोकना चाहूंगी, बराड़ जी की गल सुन रही है, वक्त बहुत घट है, वक्त बहुत घट है सर, वक्त बहुत घट है सर। मेरी गल पूरी होने दो, मेरी गल पूरी होने दो। सेंटर की सरकार ने टाइम नहीं है ना सर, रोड़ी साहब बेनती सुन लो सर, बराड़ जी की सुन लियो, फिर वाइंड अप करना है सर, पासे जांदे हर गल ते करके कैसे वही लागू रहणगे। ठीक है रोड़ी साहब, बराड़ जी फटाफट अपनी गल पूरी करो सर, क्योंकि टाइम बहुत घट है। मेरी गगन जी मेरी बेनती है, आपोजिशन का काम हुंदा सरकार तो जवाब लेने, ये पिछले 10 सालों ते जावड़दे है। मेरी एक बेनती है, जे समझौते कोई गलत होया कोर्ट जावड़न, किते होर जावड़न, की इन्हां ने दिल्ली दे विच तोड़े नहीं तोड़े। इस करके मेरी बेनती है, अज रोड़ी साहब सरकार नूं घेरन दा मौका है, जिथे सरकार लुट्टी दी 40 MLA इकट्ठे होए सी, अपनों अपना हिस्सा मंगते सी, जिहड़ी लुट चल रही है कि फलाना अफसर नहीं आखे लगदा, फलाना नहीं लगदा। अज फतेह जंग सिंह बाजवा जी नूं मैं बेनती करूंगा कि वो सारे MLA इस गल ते इकट्ठे होणगे कि मानयोग सिटिंग जज हाई कोर्ट दे तो इंक्वायरी कराए बिना। ठीक है, मुख्यमंत्री पंजाब कैप्टन अमरिंदर सिंह तक मामला पहुंच चुका है सर, और की उन्हां दा हुण रुख होएगा उससे भी नजर रहेगी। दर्शकों नूं जो सवाल पूछा गया सी, उस सवाल का जवाब साडे कोल आ गया है। दर्शकों नूं पूछा गया सी कि वित्ती घाटे दे लई सिर्फ मुख सकत्तर जिम्मेदार ने, जो जवाब आया है, जवाब आया है साडे कोल 78% जवाब नहीं दे विच आया है। मुख सकत्तर जिम्मेदार नहीं ने,
ਇਹ ਨਹੀਂ ਦੇ ਵਿੱਚ ਜਵਾਬ ਆਇਆ। ਸਾਡੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ। हाँ ਦੇ ਵਿੱਚ ਜਵਾਬ ਆਇਆ 22%, ਨਹੀਂ ਦੇ ਵਿੱਚ ਜਵਾਬ ਆਇਆ 78%।